ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਤੇਰੇ ਪਿਆਰੇ ਕੰਤ ਤਿਨਾ ਕੇ ਪਾਰ, जिनके चोले रतड़े प्यारे कंत तिना के पास, तूड़ तिना कीजे मिले जी को हो नानक की अरदास। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਮੰਗੈ, ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਬੋਲੋ। पागठड़े हर संत तुम्हारे, जिन कर तन हर नामा, परवान गनी से ये आए, सफल तिना के कामा। ऊंचे अपार बेअंत स्वामी, कौन जाने गुण तेरे। गावती उधर है सुनते उधर है, बिन से पाप कनेरे। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਸਾਰੀ ਸੰਗਤ ਕਥਾ ਕੀਰਤਨ ਕਰੋ, ਹਾਜ਼ਰੀ ਭਰੋ। ਇਹ ਗੁਰੂ ਨਾਨਕ ਸਾਹਿਬ ਦਾ ਪੰਥ ਹੈ। ਜਿਹੋ ਜੀ ਸੰਗਤ ਸੀ, ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ, ਹੁਕਮ ਕੀਤਾ ਵੀ ਧਰਮਸ਼ਾਲ ਬਣਾਓ, ਸਾਰੇ ਜੁੜਿਆ ਕਰੋ, ਕਥਾ ਕੀਰਤਨ ਕਰਿਆ ਕਰੋ। ਬੱਚੀ ਬੱਚਾ ਸਾਰੇ ਆਉਣ, ਕੋਈ ਧਾਰਨਾ ਸ਼ਬਦ ਲਾਵੇ, ਕੋਈ ਬਾਣੀ ਪੜ੍ਹੇ, ਕੋਈ ਕੁਝ ਕਰੇ, ਸਾਰੇ ਹੀ ਗੁਣ ਗਾਉਣ। ਇਵੇਂ ਸੰਗਤ ਦੇ ਵਿੱਚ ਹੀ ਗੁਰੂ ਦੀ ਬਰਕਤ ਹੁੰਦੀ, ਗੁਰੂ ਦੀ ਮਿਹਰ। ਅੱਜ ਸਾਰੇ ਹਾਜ਼ਰੀਆਂ ਲਾ ਰਹੇ ਸੀ। ਅੱਗੇ ਸੰਗਦੀ ਰਹਿੰਦੀ ਸੀ ਪਿਛਲੇ ਸਾਲ। ਕਈ ਟੀਚਰਾਂ ਨੇ, ਕਈ ਗੁਰਮੁਖ ਪਿਆਰਿਆਂ ਨੇ ਹਾਜ਼ਰੀਆਂ ਭਰੀਆਂ। ਮਨ ਤਗੜਾ ਚਾਹੀਦਾ ਹਾਜ਼ਰੀ ਭਰਨ। ਅਸੀਂ ਦੇਖਦੇ ਰਹਿੰਦੇ ਹਾਂ, ਸੁਣ ਵੀ ਲੈਂਦੇ ਹਾਂ, TV 'ਤੇ ਚੱਲਦਾ ਪ੍ਰੋਗਰਾਮ। ਜਵੰਦਾ ਜੀ ਵੀ ਲੱਗੇ ਸੀ ਅੱਜ। ਇਹ ਲੱਗ ਤਾਂ ਗਏ, ਪਰ ਸੰਗਤ ਨੂੰ ਵੇਖ ਕੇ ਡਰ ਗਏ। ਫਿਰ ਮੂਲ ਮੰਤਰੀ ਪੜੀ ਜਾਵੇ। ਮੈਂ ਕਿਹਾ ਹੁਣ ਹਰਪ੍ਰੀਤ ਨੇ ਇਹਨੂੰ ਚਾਹ ਚੂ ਪਿਆ ਕੇ ਲਾ ਤਾਂ ਲਿਆ, ਤੇ ਸਟੇਜ ਤੇ ਬਹਿ ਕੇ ਡਰ ਗਏ। ਮੰਟਾ ਉਸਦਾ ਤਾਂ ਮੈਂ ਭਾਸ਼ਣ ਦੇ ਸੁਣਦਾ ਹੁਣ ਨਾ, ਲੀਡਰ ਝੂਠੇ ਭਾਸ਼ਣ, ਇਹ ਸੱਚਾ ਨਹੀਂ ਦਿੰਦਾ ਭਾਸ਼ਣ। ਇੱਥੇ ਆਣ ਕੇ ਸੰਗਤ ਦੀ ਬੜੀ ਵਡਿਆਈ ਹੈ, ਇਹਦੀ ਕੀਮਤ ਪੈਣੀ ਹੈ, ਉਹਦਾ ਕੋਈ ਮਿਲਣਾ ਨਹੀਂ। ਜਿਹੜੇ ਝੂਠੇ ਭਾਸ਼ਣ ਨੇ ਉਹਦਾ ਇੱਥੇ ਨਹੀਂ ਮਿਲਣਾ, ਅੱਗੇ ਦਾ ਕੀ ਮਿਲਣਾ। ਸੱਚਾ ਭਾਸ਼ਣ, ਸੱਚਾ ਸਤਿਗੁਰੂ
ਜਿੰਦੇ ਵਿੱਚ ਸੱਚ ਆ ਜਾਵੇ। ਸੰਗਤ ਵਿੱਚ ਆਣ ਕੇ ਕਰੋ ਕਥਾ, ਸਾਖੀਆਂ ਸੁਣਾਓ। ਕਿੱਥੇ ਗਿਆ ਤੁਹਾਡਾ ਸਟੇਜ ਸੈਕਟਰੀ? ਇੰਨੀ ਛੇਤੀ ਭੱਜ ਜਾਂਦਾ। ਹੁਣ ਕਿਹੜਾ ਕਿ ਬੈਠਿਆ ਵੀ ਕਰ। ਮੈਡਮਾਂ ਨੂੰ ਤਾਂ ਦਬਕੇ ਲਾਉਂਦਾ ਤੇ ਆਪ ਭੱਜ ਗਿਆ ਮੇਰੇ ਕੋਲ। ਸਵੇਰੇ ਉਹਦੀ ਵੀ ਕੱਲ ਨੂੰ ਹੀ ਮੋਟਰ ਬਣਾਵਾਂਗੇ। ਪੂਰੀ ਰਾਤ ਬੈਠੋ। ਸਾਡਾ ਤਾਂ ਪ੍ਰੀਖਿਆ ਦਾ ਸਮਾਂ ਹੁੰਦਾ, ਸਭ ਤੋਂ ਬਾਅਦ ਚ ਸਮਾਂ ਲਾਉਣਾ ਹੁੰਦਾ। ਸਾਬਤ ਬੈਠੇ ਰਹਿਣਗੇ, ਕੱਚੇ ਝੜ ਜਾਣਗੇ। ਪਹਿਲੋਂ ਫੁੱਲ ਲੱਗਦੇ ਨੇ, ਕਈ ਤਾਂ ਫੁੱਲ ਹੀ ਖਤਮ ਹੋ ਜਾਂਦੇ ਆ ਤੇ ਕਈ ਫਿਰ ਫਲ ਬਣ ਜਾਂਦੇ ਆ। ਉਹ ਫਲ ਲੱਗ ਕੇ ਝੜ ਜਾਂਦੇ ਆ। ਸਾਬਤ ਹੀ ਰਾਸ ਆਉਂਦੇ ਆ। ਫਿਰ ਕਈ ਫੁੱਲ ਬਣ ਕੇ ਝੜ ਗਏ। ਜਿਹੜੇ ਪੂਰਾ ਨਿਭੇ ਉਹ ਫਲ ਬਣੇ। ਗੁਰੂ ਸਾਹਿਬ ਨੇ ਗੁਰਬਾਣੀ 'ਚ ਇੱਕ ਸ਼ਬਦ ਦਿੱਤਾ ਹੈ ਕਿ ਫੁੱਲ ਕਦੋਂ ਲੱਗਦੇ ਆ ਤੇ ਫਲ ਕਦੋਂ ਬਣਦੇ ਆ। ਪਹਿਲੇ ਪਹਿਰੇ ਫੁੱਲੜਾ। ਪਹਿਲਾ ਪੈਰ ਪਤਾ ਕਦੋਂ ਹੁੰਦਾ ਹੈ? ਸ਼ਾਮ ਤੋਂ 6 ਤੋਂ 9, ਰਾਤ ਦਾ ਪਹਿਲਾ ਪੈਰ। ਦਿਨ ਦਾ ਪਹਿਲਾ ਪੈਰ ਸਵੇਰੇ 6 ਤੋਂ 9। ਪੁਰਾਣੇ ਸਮਿਆਂ ਵਿੱਚ ਪਹਿਰਿਆਂ ਵਿੱਚ ਦਿਨ ਰਾਤ ਵੰਡਿਆ ਸੀ। 4 ਪਹਿਰ ਦਿਨ ਤੇ 4 ਪਹਿਰ ਦੀ ਰਾਤ। ਇੱਕ ਪਹਿਰ ਜਿਹੜਾ ਸੀ ਉਹ 3 ਘੰਟਿਆਂ ਦਾ। ਤਿੰਨ ਘੰਟਿਆਂ ਦਾ ਪਹਿਰ ਤੇ 24 ਮਿੰਟ ਦੀ ਘੜੀ ਤੇ 60 ਘੜੀਆਂ ਦਾ ਦਿਨ। ਆਪਣੀ ਜਿਹੜੀ ਗੁਰਬਾਣੀ ਅਨੁਸਾਰ ਆਉਂਦਾ ਨਾ, ਘੜੀਆਂ ਪਹਿਰ, ਤੇ ਇਹਨਾਂ ਨੂੰ ਹੀ ਜਿਹੜੀ ਜੋ ਵੀ ਆਪਣੇ ਹਿੰਦੁਸਤਾਨ ਦੇ ਰਿਸ਼ੀਆਂ ਨੇ ਵੰਡ ਕੀਤੀ ਸੀ, ਉਹੀ ਕੰਮ ਆਈ, ਉਹੀ ਸਹੀ ਨਿਕਲੀ। ਰਿਸ਼ੀਆਂ ਨੇ ਬਣਾਈਆਂ ਸੀ ਘੜੀਆਂ, 24 ਮਿੰਟ ਦੀ ਘੜੀ ਤੇ 60 ਘੜੀਆਂ ਦਾ ਦਿਨ। ਇਹਨਾਂ ਨੇ 60 ਮਿੰਟ ਦਾ ਘੰਟਾ ਬਣਾ ਲਿਆ ਤੇ 24 ਘੰਟੇ ਉਹਨੂੰ ਪੁੱਠਿਆਂ ਕਰ ਲਿਆ। 24 ਘੰਟੇ ਬਣਾ ਦੇ। 60 ਘੜੀਆਂ ਦੀ ਥਾਂ ਤੇ 24 ਮਿੰਟ ਦੀ ਘੜੀ ਸੀ ਤੇ 24 ਘੰਟੇ ਬਣਾ ਦੇ। ਤੇ 24 ਮਿੰਟ ਦੀ ਘੜੀ ਦੇ ਨਾਲ 24 ਘੰਟੇ ਬਣ ਗਏ। 60 ਘੜੀਆਂ ਦੀ ਥਾਂ ਤੇ 60 ਮਿੰਟ ਬਣ ਗਏ। ਉਲਟਾ ਕਰਤਾ, ਪਰ ਚੀਜ਼ ਉਹੀ ਹੈ। ਪਹਿਲੇ ਪਹਿਰੇ ਫੁੱਲੜਾ ਕਹਿੰਦੇ ਸ਼ਾਮ ਨੂੰ ਜਦੋਂ ਤੁਸੀਂ ਸੰਧਿਆ ਵੇਲੇ ਰਹਿ ਰਸ ਵੇਲੇ ਗੁਰੂ ਚਰਨਾਂ 'ਚ ਆਉਂਦੇ ਜੇ ਤਾਂ ਉਸ ਸਮੇਂ ਤੁਹਾਡੇ ਫੁੱਲ ਬਣ ਜਾਂਦੇ। ਫੁੱਲ ਲੱਗਦੇ। ਫਲ ਪੀ ਪਛਾ ਰਾਤ। ਇਹ ਫਲ ਬਣਨਗੇ ਜਦੋਂ ਤੁਸੀਂ ਰਾਤੀ ਜਾਗੋਗੇ। ਪਿਛਲੀ ਰਾਤ ਇਹ 12 ਵਜੇ ਤੋਂ ਬਾਅਦ, 12 ਵਜੇ ਤੋਂ ਬਾਅਦ ਪਿਛਲੀ ਰਾਤ ਇਹ ਸੰਤ ਮਹਾਂਪੁਰਸ਼ ਇਸ ਰਾਤ ਬਹਿ ਕੇ ਨਾਮ ਜਪਦੇ ਆ। ਅੱਧੀ ਰਾਤ ਇਹ 12 ਵਜੇ ਤਾਈਂ ਪਹਿਲੀ, 12 ਤੋਂ ਸਵੇਰੇ 6 ਤਾਈਂ ਪਿਛਲੀ ਰਾਤ। ਬਾਬਾ ਫਰੀਦ ਜੀ ਕਹਿੰਦੇ ਆ, ਜੇ ਤੂੰ ਪਿਛਲੀ ਰਾਤ ਨਾ ਜਾਗਿਆ ਤੇ ਸਮਝਾਂਗੇ ਫਰੀਦਾ ਤੂੰ ਜਿਉਂਦਾ ਨਹੀਂ, ਤੂੰ ਮਰਿਆ ਹੋਇਆ।
ਜਿਉਂਦਾ ਹੀ ਮਰ ਗਿਆ ਹੈ। ਰਾਤ ਪਿਛਲੀ ਰਾਤ ਤੇਰੀ ਨਾਮ ਜਪਣ ਵਾਸਤੇ ਜਾਗਣ ਵਾਸਤੇ ਤੇ ਤੂੰ ਜਿਉਂਦਾ ਹੀ ਮਰ ਗਿਆ। ਜੀਵਦੜਾ ਮੋਇਓ ਜੇ ਤੈਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਬੰਦੇ ਦੀ ਪਤਾ ਨਹੀਂ ਕਿੰਨੀ ਕੁ ਉਮਰਾਂ ਹੁੰਦੀ, ਕਿੰਨੀ ਕੁ ਨਹੀਂ, ਕਿੰਨਾ ਕੁ ਚਿਰ ਰਹਿਣਾ ਹੈ, ਕਿੰਨਾ ਕੁ ਨਹੀਂ ਰਹਿਣਾ। ਬਾਹਰਲੇ ਦੇਸ਼ ਦਾ ਇੱਕ ਮਿਲੀਟੈਂਟ ਕਹਿ ਲਓ, ਜੋਸ਼ ਵਾਲਾ ਮਨ ਸੀ, ਇਹ ਜਜ਼ਬਾਤ ਵਿੱਚ ਭੜਕਾਉਂਦੇ ਵੀ ਲੜੋ, ਹਥਿਆਰ ਚੱਕੋ, ਆ ਧਰਮ ਦੇ ਕਾਰਜ ਕਰੋ। ਉਹ ਮਿਲੀਟੈਂਟਾਂ ਦੀ ਮਦਦ ਕਰਦਾ ਸੀ, ਜਿਹੜੇ ਬੰਦੇ ਗਲਤ, ਉਹਨਾਂ ਨੂੰ ਪੈਸਾ ਪੂਸਾ ਦਿੰਦਾ ਸੀ। ਕਿਸੇ ਥਾਂ ਤੋਂ ਉਹਨੂੰ ਬਾਬਾ ਆਨੰਦ ਸਿੰਘ ਜੀ ਦੀ ਸੰਗਤ ਮਿਲ ਗਈ। ਸੰਗਤ ਮਿਲ ਗਈ ਤੇ ਲਿਵ ਲੱਗ ਗਈ। ਬਾਹਰਲੇ ਦੇਸ਼ ਉਹਨਾਂ ਨੇ ਗੁਰਦੁਆਰਾ ਬਣਾਇਆ, ਉਹ ਕਮੇਟੀ ਨੇ ਸੰਭਾਲ ਲਿਆ, ਕਮੇਟੀ ਸੰਭਾਲਦੀ ਸੀ। ਉਹ ਫਿਰ ਧਰਮ ਦੇ ਪਹਿਲੋਂ ਪੈਸਾ ਕੱਢਦਾ ਸੀ, ਧਰਮ ਦੇ ਨਾਂ ਤੇ ਮਿਲੀਟੈਂਟਾਂ ਨੂੰ ਦਿੰਦਾ ਸੀ ਵੀ ਇਹੀ ਧਰਮ ਹੈ। ਫਿਰ ਕਿਸੇ ਨੇ ਉਹਨੂੰ ਦੱਸਿਆ ਵੀ ਅਸਲੀ ਧਰਮ ਤਾਂ ਨਾਮ ਜਪਣਾ ਹੈ, ਇਹ ਧਰਮ ਨਹੀਂ, ਇਹ ਜਜ਼ਬਾਤੀ ਲੋਕ ਗੱਲਾਂ ਪਿੱਛੇ ਭੜਕੇ ਹੁੰਦੇ ਆ। ਉਹਨੇ ਗੁਰੂ ਦੇ ਨਾਮ ਦੀ ਮਾਇਆ ਕੱਢਣੀ ਸ਼ੁਰੂ ਕਰਤੀ। ਕੱਪੜੇ ਦਾ ਕੰਮ ਸੀ ਬੜਾ ਤਗੜਾ, ਮਾਇਆ ਜੋੜੀ ਗਿਆ, ਜੋੜੀ ਗਿਆ। ਬਾਬਾ ਆਨੰਦ ਸਿੰਘ ਜੀ ਦੀ ਸੰਗਤ ਮਿਲ ਗਈ ਨੇੜੇ, ਉਹਨਾਂ ਦੇ ਆਇਰਲੈਂਡ ਸ਼ਾਇਦ ਉਹਨਾਂ ਉਸ ਇਲਾਕੇ ਦਾ ਨਾਂ ਸੀ, ਨੇੜੇ ਹੀ ਮਹਾਂਪੁਰਸ਼ਾਂ ਦਾ ਠਾੜ ਸੀ ਨਾਨਕਸਰ। ਉੱਥੋਂ ਬਾਬਾ ਆਨੰਦ ਸਿੰਘ ਜੀ ਦੀ ਲਿਵ ਲੱਗ ਗਈ। ਬਾਬਾ ਆਨੰਦ ਸਿੰਘ ਜੀ ਨੂੰ ਆਪਣਾ ਸਭ ਕੁਝ ਸਮਝ ਲਿਆ। ਇਤਿਹਾਸ ਪੜ੍ਹਿਆ, ਸਾਖੀਆਂ ਪੜ੍ਹੀਆਂ, ਜਿਵੇਂ ਸੋਭਾ ਸੁਣ ਕੇ ਆਇਆ। ਕੋਈ ਬਾਬਾ ਮਹਾਨਾਮ ਸਿੰਘ ਜੀ ਦੀਆਂ ਸਾਖੀਆਂ ਪੜ੍ਹੇ, ਸੁਣੇ, ਬਾਬਾ ਜੀ ਹਿਰਦੇ 'ਚ ਵਸ ਜਾਂਦੇ। ਕੋਈ ਵੀ ਇਤਿਹਾਸ, ਸਾਖੀ, ਸੋਭਾ ਸੁਣੋ, ਗੁਰੂ ਹਿਰਦੇ 'ਚ ਵਸ ਜਾਂਦਾ ਹੈ। ਤੇ ਕਿਹਾ ਹੁਣ ਮਾਇਆ ਬਾਬਾ ਆਨੰਦ ਸਿੰਘ ਦੇ ਲੇਖੇ ਲਾਈ। 2 ਸ਼ਾਦੀਆਂ ਕਰਾਈਆਂ ਸੀ, ਦੋਨੋਂ ਪਤਨੀਆਂ ਵੱਖਰੀਆਂ ਵੱਖਰੇ ਘਰ 'ਚ, ਦੋਨਾਂ ਨੂੰ ਘਰ ਲੈ ਕੇ ਦਿੱਤੇ ਸੀ। ਬਾਬਾ ਆਨੰਦ ਸਿੰਘ ਦੇ ਨਾਂ ਤੇ ਮਾਇਆ ਜੋੜੀ ਗਿਆ। 10-12 ਕਰੋੜ ਰੁਪਈਆ ਬਣ ਗਿਆ। ਤੇ ਉਹਨੇ ਉਧਰੋਂ ਪਰਚੀਆਂ ਪਾਈਆਂ ਕਿ ਇਹ ਮਾਇਆ ਜਿਹੜੀ ਕਾਹਦੇ ਲੇਖੇ ਲਾਈ, ਕਿਸੇ ਪਵਿੱਤਰ ਧਾਰਮਿਕ ਸਥਾਨ ਦੇ ਸਥਾਨਾਂ ਦੀ ਵੀ ਉੱਥੇ ਦਾਨ ਕਰਦੀ ਹੈ ਕਿ ਬਾਬਾ ਆਨੰਦ ਸਿੰਘ ਜੀ ਦੇ ਆਇਆ ਕਿ ਬਾਬਾ ਆਨੰਦ ਸਿੰਘ ਦੇ ਲੇਖੇ ਚ ਲਾਓ। ਫਿਰ ਕਿਹਾ ਹੁਣ ਬਾਬਾ ਜੀ ਦਾ ਠਾਠ ਬਣਾਉਣਾ, ਕਿਉਂਕਿ ਠਾਠ ਵਿੱਚ ਭਗਤੀ ਹੁੰਦੀ ਹੈ, ਸਿਆਸਤ ਨਹੀਂ ਹੁੰਦੀ, ਰਾਜਨੀਤੀਆਂ ਨਹੀਂ ਹੁੰਦੀਆਂ, ਲੋਭ ਲਾਲਚ ਨਹੀਂ ਹੁੰਦੇ, ਕੋਈ ਇੱਥੇ ਚੜਾਵਾ ਨਹੀਂ, ਕੋਈ ਲੈਣ ਦੇਣ ਦੇ ਸੌਦੇ ਨਹੀਂ, ਵੀ ਠਾਠ ਬਣਾਓ, ਭਗਤੀ ਕਰੋ। ਫਿਰ ਹੁਕਮਨਾਮਾ ਲਿਆ, ਪਰਚੀਆਂ ਪਾਈਆਂ, ਹੁਕਮ ਹੋਇਆ ਹਜ਼ੂਰ ਸਾਹਿਬ ਦਾ। ਉਹ ਕੁਝ ਮਾਇਆ ਲੈ ਕੇ ਹਜ਼ੂਰ ਸਾਹਿਬ ਆਇਆ। ਰਾਹ ਵਿੱਚ ਸੰਗੀ ਮਿਲ ਪਏ, ਬਾਬਾ ਜੀ ਸਾਨੂੰ ਸੇਵਾ ਸ਼ੁਰੂ ਕਰਾ ਕੇ ਆਏ। ਤੇ ਬਾਬਾ ਖੇਮ ਸਿੰਘ ਜੀ ਮਹਾਰਾਜ ਜਗ੍ਹਾ ਵੀ ਦੇਖ ਕੇ ਆਏ ਸੀ। ਮੈਂ ਦੱਸਿਆ ਜੀ 5 ਕਰੋੜ ਦੀ ਮਿਲੇਗੀ, 5-7 ਕਰੋੜ ਇੱਥੇ ਲੱਗੇਗਾ। ਕਹਿੰਦੇ ਆ ਰਹੇ ਆ, ਪੈਸੇ ਆ ਰਹੇ ਨੇ,
ਬਾਹਰੋਂ ਅਸੀਂ ਜਗ੍ਹਾ ਦੇਖਣ ਆਏ ਹਾਂ। ਇੱਥੇ ਬਾਬਾ ਨੰਦ ਸਿੰਘ ਜੀ ਦਾ ਸਥਾਨ ਬਣਾਉਣਾ। ਬਾਬਾ ਖੇਮ ਸਿੰਘ ਜੀ ਦੇਖ ਕੇ ਮੋਹਰ ਲਾ ਕੇ ਆਗੇ ਕੇ ਆ ਰਹੇ ਨੇ। ਉਹ ਗੁਰਮੁਖ ਪਿਆਰੇ ਨੇ ਉਧਰ ਹੁਕਮਨਾਮਾ ਲਿਆ, ਪਰਚੀਆਂ ਪਾਈਆਂ। ਇੱਧਰ ਬਾਬਾ ਨੰਦ ਸਿੰਘ, ਬਾਬਾ ਖੇਮ ਸਿੰਘ ਜੀ ਜਗ੍ਹਾ ਵੇਖਣ ਤੁਰ ਪਏ। ਇੰਨੀ ਮਹਾਂਪੁਰਖਾਂ ਦੀ ਅੰਤਰਜਾਮਤਾ ਹੁੰਦੀ ਹੈ, ਇੰਨੇ ਹੁਕਮ ਦੇ ਵਿੱਚ ਹੁੰਦੇ ਆ। ਉਧਰ ਉਹ ਜਿਹੜੇ ਸਾਡੇ ਨਾਲ ਸੇਵਾ ਕਰਾਉਂਦੇ ਸੀ ਡਾਕਟਰ ਸੱਲੋ ਜੀ, ਉਹ ਦੋਨਾਂ ਦੀ ਸੀਟ ਆਹਮਣੇ ਸਾਹਮਣੇ ਹੋ ਗਈ। ਗੁਰੂ ਮੇਲ ਬਣਾਉਂਦਾ ਹੈ, ਬਿਧ ਬਣਾਉਂਦਾ ਹੈ, ਕਿਉਂਕਿ ਦਾਤਾ ਸਾਡਾ ਕਰਨ ਕਾਰਨ ਸਮਰੱਥ ਹੈ। ਜਿਹੜਾ ਕਰਨਾ ਉਹਦਾ ਕਾਰਨ ਬਣਾ ਦੇਣਾ ਹੈ ਕੋਈ ਨਾ ਕੋਈ। ਇਹ ਉਹਦੀ ਵਡਿਆਈ ਹੈ। ਕੋਈ ਬੰਦਾ ਮਿਲ ਜਾਣਾ ਇੱਧਰ ਉੱਧਰੋਂ, ਕਾਰਨ ਬਣ ਜਾਣਾ। ਕਾਰਨ ਉਦੋਂ ਬਣਨਾ ਜਦੋਂ ਕਰਨ ਵਾਲੇ ਨੇ ਕਾਰਨ ਬਣਾਉਣਾ। ਕਾਰਨ ਬਣ ਗਿਆ, ਸਾਹਮਣੇ ਸੀਟ। ਸੇਵਾ ਦੀਆਂ ਗੱਲਾਂ ਕੋਈ ਬਾਬਾ ਜੀ ਦੇ ਸੰਗੀ ਨਿਕਲੇ। ਉਹ ਫਿਰ ਜਿਹੜੀ ਮਾਇਆ ਉਹ ਲੈ ਕੇ ਆਇਆ ਸੀ, ਉਹ ਫਿਰ ਜਗ੍ਹਾ ਲੈਣ ਵਾਸਤੇ ਉੱਥੇ ਪਤਾ ਨਹੀਂ ਕਿਸੇ ਚਲਾਕ ਬੰਦੇ ਦੇ ਫਸਦਾ ਕੋਈ ਹੁੰਦਾ। ਸੇਵਕਾਂ ਨੂੰ ਭਗਤਾਂ ਨੂੰ ਗੁਰੂ ਸਭ ਪਾਸਿਓਂ ਸੰਭਾਲਦਾ ਹੈ। ਉਹਨਾਂ ਨੂੰ ਫਿਰ ਜਗ੍ਹਾ ਲੈ ਕੇ ਦਿੱਤੀ। ਉੱਥੇ ਸਥਾਨ ਸ਼ੁਰੂ ਹੋਇਆ। ਉਹਨਾਂ ਦਾ ਇੱਕ ਨੇਮ ਸੀ। ਮੈਂ ਅੱਧੀ ਰਾਤ ਦੀ ਗੱਲ ਕਰਨ ਲੱਗਾ ਕਿ 12:21 ਤੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ। ਇਸੇ ਸਮੇਂ ਹੀ ਬਾਬਾ ਨੰਦ ਸਿੰਘ ਜੀ ਆਏ ਧਰਤੀ ਤੇ। ਇੱਕੋ ਹੀ ਸਮਾਂ, ਇੱਕੋ ਹੀ ਯਾਦ ਹੁੰਦੀ ਸੰਤਾਂ ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਕੋਈ ਚਾਲੀ ਹੁੰਦੀ। ਬੜੇ ਪਵਿੱਤਰ ਸਮੇਂ 'ਚ ਰਾਮਗੜੀਆ ਕੁੱਲ ਵਿੱਚ ਬਾਬਾ ਨੰਦ ਸਿੰਘ ਜੀ ਆਏ। ਤੇ ਉਹਨੇ ਕਿਹਾ ਵੀ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਆ ਨਾ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨੇ ਰੋਜ਼। ਰਾਤੀ 12:21 ਤੇ ਕੁਟੀਆ ਇੱਕ ਬਣਾ ਲਈ, ਉਹਦੇ 'ਚ ਨਾਲ ਗੁਰਦੁਆਰਾ ਸ਼ੁਰੂ ਕਰ ਲਿਆ। ਰੋਜ਼ ਦਾ ਨੇਮ ਹੈ ਕਿ 12:21 ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ, ਨਿਤਨੇਮ ਕਰਕੇ, ਭੋਗ ਲਵਾ ਕੇ ਫਿਰ ਆਪਣੀ ਮਾਲਾ ਲੈ ਕੇ ਬਹਿ ਜਾਣਾ। ਫਿਰ ਸਾਰਾ ਇੱਕ ਇੱਟ ਸਥਾਨ ਸਾਰਾ ਆਪ ਬਣਾਇਆ। ਜਿੰਨੀ ਮਾਇਆ ਕੱਢੀ ਸੀ ਸਾਰੀ ਪੁੱਤਰਾਂ ਨੂੰ ਵੰਡਤੀ, 2 ਘਰ ਵਾਲੀਆਂ ਨੂੰ ਦੇਤੀ, ਘਰ ਲੈ ਕੇ ਦੇਤੇ, ਦੋਨਾਂ ਨੂੰ ਕਾਰੋਬਾਰ ਦੇ ਦਿੱਤੇ। ਬਾਕੀ ਸਾਰੀ ਮਾਇਆ ਲਾਤੀ ਗੁਰੂ ਦੇ ਲੇਖੇ ਕਿ ਜਿਹੜੀ ਸਾਨੂੰ ਮਿਲਣੀ ਹੈ। ਕਹਿੰਦੇ ਪੁੱਤਰਾਂ ਧੀਆਂ ਵਾਲੀ ਨਹੀਂ ਮਿਲਣੀ, ਕਿੰਨੀ ਮਰਜ਼ੀ ਲਾ ਦੇ। ਜਿਹੜੀ ਗੁਰੂ ਲੇਖੇ ਲਾਏਗਾ ਉਹ ਤੈਨੂੰ ਜ਼ਰੂਰ ਮਿਲੇਗੀ। ਜਿੰਨੀ ਆਯੂ ਰਹਿੰਦੀ ਸੀ ਫਿਰ ਸਾਰੀ ਉਹਨਾਂ ਨੇ ਗੁਰਦੁਆਰਾ ਬਣਾ ਕੇ ਕੰਪਲੀਟ ਕਰਕੇ ਸਾਰਾ ਕੁਝ, ਸਾਰੀ ਸੇਵਾ ਪੂਰੀ ਕਰਕੇ, ਪੱਥਰ ਲਾ ਕੇ, ਲੰਗਰ ਬਣਾ ਕੇ, ਕਮਰੇ ਬਣਾ ਕੇ, ਸਾਰਾ ਕੁਝ ਬਣਾ ਕੇ ਤੇ ਉਧਰ ਉਮਰਾ ਵੀ ਪੂਰੀ ਹੋ ਗਈ। ਸਵੇਰੇ ਨਿਤਨੇਮ ਕਰਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬਹਿ ਕੇ ਭਗਤੀ ਕਰਦੇ ਸੀ। 10 ਗੁਰੂਆਂ ਦੇ ਆਸਣ ਲਾਏ ਸੀ, ਬੜੇ ਵੱਡੇ ਬਣਾਏ ਸੀ। ਸਾਹਿਬਜ਼ਾਦਿਆਂ ਦੇ ਸਾਰੇ ਗੁਰਦੁਆਰੇ 'ਚ ਬਣਾਏ। ਗੁਰੂ ਗ੍ਰੰਥ ਸਾਹਿਬ ਦੇ ਕਮਰੇ ਬਣਾਏ। ਇੱਕ ਥਾਂ ਤੇ ਭੋਰੇ 'ਚ ਬਾਬਾ ਨੰਦ ਸਿੰਘ ਜੀ ਦਾ ਆਸਣ ਲਾਇਆ। ਉਹਨਾਂ ਨੂੰ ਆਪਣਾ ਗੁਰੂ ਮੰਨਿਆ ਸੀ ਕਿ ਇਹ ਸਾਡੇ ਗੁਰੂ ਨੇ, ਸਤਿਗੁਰੂ ਨੇ, ਜਿਨ੍ਹਾਂ ਨੇ ਸਾਨੂੰ ਸਾਰੀ ਲਗਨ ਦਿੱਤੀ ਹੈ, ਲਿਵ ਦਿੱਤੀ ਹੈ ਭਗਤੀ। ਇੱਕੋ ਹੀ ਵਿਸ਼ਵਾਸ ਧਾਰਿਆ, ਇੱਕੋ ਹੀ ਟੇਕ ਧਾਰੀ।
कि जो बाबा जी कराउणगे वो ही करना है। 12:21 ते रोज बैठना, भगती करनी। गृहस्थ भी बना लिया, 2 शादियां भी, कारोबार भी, उन्होंने घर भी लै दे, बच्चों को कारोबार भी दे दे, आपदा भी अंत समा सवार लिया। बाकी आयु सारी बाबा जी दे लेखे ला के बैठिया बैठिया बाबा आनंद सिंह महाराज के चरणों च सिर रख के प्राण दे दिते। सारी सेवा भी पूरी कर ली। इन्नी वड्डी सेवा गुरु साहब हाथ रख के सिर ते लैन, फिर नाम जपदियां होया लैन, भावना दे नाल शरधा नाल लैन। ये भाग वड्डे ने। माया बड़ी छोटी चीज है। कहते सिर दित्तियां भी रब मिले फिर भी सस्ता है, ते माया दा झूठी है। जे माया नाल गुरु प्रसन्न हुंदा है, प्रसन्नता मिलदी है, ते फिर तां भाई सस्ती है। पर इहदे च भावना होवे, शरधा होवे। गुरु माया दा नहीं भुखा, बिल्कुल। गुरु काहदा भुखा है? जेड़ा तू प्यार नाल रुपया रुपया गुरु के नां ते जोड़दा, तेरी शरधा दा भुखा। भावना दा। गुरु साहब वस्त्रां दे भुखे सी। जिन्हां बीबियां ने गुरु महाराज दा जामा वस्त्र बनाए, गुरु साहब आप लैण गए, माई साडे वस्त्र दे दे। वो लीड़ियां कपड़ियां दे थोड़ा भुखे सी। गुरु नानक साहब दी माता हरेक हुण तां बड़ा सौखा है ना लीड़े कपड़े। पहले साल बाद ही जुड़ते होंदे सी। सानू भी साल बाद चोला, 2 कशहरे, 1 पग, 1 परना बाबा कुंदन सिंह जी साल च 1 वारी देंदे सी। सियालां च गर्म चोला दे देंदे सी। जराबा देतियां, जर्सी देती। बेबे नानकी भी आपदे वीर गुरु नानक वास्ते कदी रुमाल, कदी कोई चीज हत्थां नाल बनदे सी। उदों कपड़े सिलाई कढ़ाई हुंदी सी, हथ नाल रख के गुरु नानक साहब वास्ते बनाउंदी सी। जदों मेरे वीर नानक आउणगे उन्हां नूं दिआंगे। मैं एक बारी गुरु नानक साहब 12 साल ना आए, ते माता हर गुरु नानक साहब ने जदों अवतार धारिया सी, हर गुरु नानक साहब के अवतार पुरब ते 1 चोला जिहो जे गुरु साहब पाउंदे सी, 1 पगड़ी, सारे वस्त्र तैयार करदी सी। पहले तो गुरु नानक साहब साल बाद, 1.5 साल बाद मुड़ आउंदे सी। फिर 12 साल का हर साल 12 चोले बन गए। 12 गुरु साहब के पाउण वाले सारे वस्त्र बन गए। ते रख के वस्त्रां नूं वेख के याद करती सी मां गुरु नानक साहब नूं भी आण के आपदे वस्त्र लै लओ। गुरु नानक साहब दे 12 साल वस्त्र बनाउंदी रही, 12 साल ना मुड़े। बड़ा विराग वध गया। उन्हां वस्त्रां वल वेख के विराग होंदा सी। ये भगती हुंदी। गुरु साहब लीड़े कपड़ियां दे नहीं भुखे, वो प्यार दे भुखे आ। भुखे नहीं पदार्थां दे, वो प्यार दे भुखे आ। नानकी दुध रिड़कदी याद करदी सी, वीर नानक आण के मक्खण खाला। जदों
ਦੁੱਧ ਰਿੜਕਦੀ ਸੀ ਉਦੋਂ ਹੀ ਯਾਦ ਆ ਜਾਂਦੀ ਸੀ ਗੁਰੂ ਨਾਨਕ ਸਾਹਿਬ ਛਕਦੇ ਛੋਟੇ ਹੁੰਦਿਆਂ। ਮਾਂ ਕਹਿੰਦੀ ਸੀ ਨਾਨਕ ਨੂੰ ਮੱਖਣ ਖਵਾ, ਫਿਰ ਨਾਨਕੀ ਖਵਾਉਂਦੀ ਸੀ। ਇੱਕੋ ਇੱਕ ਪੁੱਤਰ ਸੀ ਨਾ, ਤੇ ਮਾਂ ਵੀ ਬਹੁਤ ਪਿਆਰ ਕਰਦੀ ਸੀ ਤੇ ਨਾਨਕੇ ਵੀ ਬਹੁਤ। ਗੁਰੂ ਨਾਨਕ ਸਾਹਿਬ ਰਾਜਿਆਂ ਦੇ ਪੁੱਤਰ ਸੀ। ਬੜੀ ਵੱਡੀ ਜਗ੍ਹਾ ਸੀ ਰਾਏ ਬਲਾਰ ਕੋਲ, ਸਾਰਾ ਕਾਰੋਬਾਰ ਪਿਤਾ ਕਾਲੂ ਜੀ ਦੇਖਦੇ ਸੀ। ਨਾਨਕੀ ਨੇ ਕਹਿਣਾ ਮੱਖਣ ਖਾਲਾ, ਗੁਰੂ ਨਾਨਕ ਸਾਹਿਬ ਨੇ ਇੱਧਰ ਉੱਧਰ ਖੇਡਦੇ ਰਹਿਣਾ, ਖਾਣਾ ਨਾ। ਨਾਨਕੀ ਨੂੰ ਕਹਿਣਾ ਮਾਂ ਨੇ ਤੂੰ ਖਵਾ। ਫਿਰ ਨਾਨਕੀ ਨੇ ਕਹਿਣਾ ਵੇਖ ਮੈਂ ਮੱਖਣ ਰੱਖਿਆ ਹੱਥ ਤੇ, ਇਹ ਮੈਂ ਵੇਖਣਾ ਵੀਰ, ਪਹਿਲੋਂ ਤੂੰ ਖਾਏਂਗਾ ਕਿ ਮੈਂ ਅੱਖਾਂ ਖੋਲਾਂਗੀ, ਅੱਖਾਂ ਬੰਦ ਕਰਕੇ। ਗੁਰੂ ਨਾਨਕ ਸਾਹਿਬ ਨੇ ਝਪਟ ਮਾਰ ਕੇ ਚੱਕ ਲਿਜਾਣਾ, ਜਿਵੇਂ ਭਗਵਾਨ ਕ੍ਰਿਸ਼ਨ ਦੇ ਚੋਜ ਗਿਣਿਆ ਮੱਖਣ ਦੇ। ਗੁਰੂ ਸਾਹਿਬ ਨੂੰ ਪਿਆਰ ਦੀ ਭਾਵਨਾ ਦੀ ਭੁੱਖ ਹੈ, ਭਾਵ ਦਾ ਭਾਉ ਖਾ ਭੁੱਖਾ ਹੂੰ। ਪਦਾਰਥਾਂ ਦਾ ਨਹੀਂ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਉਹ ਤਾਂ ਦਾਤਾ ਭਾਵਨਾ ਦਾ ਭੁੱਖਾ ਹੈ, ਸ਼ਰਧਾ ਦਾ ਭੁੱਖਾ ਹੈ। ਗੋਬਿੰਦ ਭਾਓ ਭਗਤ ਭੁੱਖਾ। ਮਾਇਆ ਪਦਾਰਥ ਬਸਤਰ ਇਹਨਾਂ ਵਿੱਚ ਸ਼ਰਧਾ ਪੈਦਾ ਹੁੰਦੀ ਜਦੋਂ ਅਸੀਂ ਕੁਝ ਕਰਦੇ ਹਾਂ ਨਾ, ਇਹ ਸ਼ਰਧਾ ਬਣ ਜਾਂਦੀ ਹੈ। ਜਿਵੇਂ ਜਿਵੇਂ ਬਣਾਵਾਂਗੇ ਰੱਖਾਂਗੇ, ਗੁਰੂ ਚੇਤੇ ਆਏਗਾ ਕਿ ਗੁਰੂ ਸਾਹਿਬ ਨੂੰ ਛਕਾਉਣਾ ਹੈ, ਤਾਂ ਆਪਣੇ ਭੋਗ ਲਾਉਣ ਦੀ ਮਰਜ਼ਾਦਾ ਹੈ। ਜਿਵੇਂ ਥਾਲ ਰੱਖਣਾ ਉਵੇਂ ਚੱਕ ਲਿਆਉਣਾ ਹੈ। ਕਿਸੇ ਨੇ ਸਵਾਲ ਕੀਤਾ ਵੀ ਤੂੰ ਜਿਵੇਂ ਪ੍ਰਸ਼ਾਦੇ ਰੱਖਦਾ ਹੈ, ਦਾਲ ਸਬਜ਼ੀ ਰੱਖਦਾ ਹੈ, ਮਹਾਰਾਜ ਅੱਗੇ ਤੇ ਉਵੇਂ ਚੱਕ ਲਿਆਉਣਾ ਹੈ, ਫਾਇਦਾ ਕੀ ਹੈ? ਉਹ ਕਹਿੰਦਾ ਮੈਨੂੰ ਬੜਾ ਫਾਇਦਾ ਹੈ, ਮੈਂ ਗੁਰੂ ਸਾਹਿਬ ਦੇ ਅੱਗੇ ਲਿਆ ਕੇ ਰੱਖ ਦਿੱਤਾ। ਮਹਾਰਾਜ ਛਕਣ ਨਾ ਛਕਣ, ਨਿਗਾਹ ਪਾ ਦੇਣ, ਪ੍ਰਵਾਨ ਕਰ ਲੈਣ, ਪਰ ਮੇਰੀ ਭਗਤੀ ਤਾਂ ਬਣ ਗਈ ਨਾ ਕਿ ਮੈਂ ਗੁਰੂ ਦੇ ਨਿਮਿਤ ਪ੍ਰਸ਼ਾਦਾ ਗੁਰੂ ਨੂੰ ਛਕਾਇਆ, ਮੈਨੂੰ ਫਲ ਜ਼ਰੂਰ ਮਿਲੇਗਾ। ਜਿਹੜਾ ਮੈਂ ਮਹਾਰਾਜ ਦੇ ਅੱਗੇ ਜਾ ਕੇ ਰੱਖਿਆ ਨਾ, ਗੁਰੂ ਨਿਮਿਤ ਪ੍ਰਸ਼ਾਦਾ ਕੱਢਿਆ ਹੈ, ਮੇਰੀ ਇਹ ਭਗਤੀ ਬਣ ਗਈ। ਥਾਲ ਤਿਆਰ ਕਰੋ, ਮਹਾਰਾਜ ਦੇ ਅੱਗੇ ਰੱਖੋ, ਜਪਜੀ ਸਾਹਿਬ ਦਾ ਪਾਠ ਕਰੋ ਤੇ ਚੱਕ ਲਿਆਓ, ਜਾਂ ਵਾਹਿਗੁਰੂ ਵਾਹਿਗੁਰੂ ਜੀ ਪੜੋ 5 ਮਿੰਟ, ਮੂਲ ਮੰਤਰ ਦਾ ਪਾਠ ਕਰ ਲਓ। ਸਮਝਿਓ ਤੁਹਾਨੂੰ ਇੰਨਾ ਫਲ ਮਿਲ ਗਿਆ ਹੈ ਜਿੰਨਾ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ। ਇਹ ਆਪਣੀ ਨਾਨਕ ਸਾਹਿਬ ਦੀ ਮਰਜ਼ਾਦਾ ਹੈ ਭੋਗ ਲਾਉਣ ਦੀ। ਬਰਤਨ ਸੁੱਚੇ ਕਰਾਂਗੇ, ਲੰਗਰ ਸੁੱਚਾ ਬਣਾਵਾਂਗੇ, ਗੁਰੂ ਸਾਹਿਬ ਅੱਗੇ ਰੱਖਾਂਗੇ, ਪਾਠ ਕਰਾਂਗੇ, ਲਿਆ ਕੇ ਛਕਾਂਗੇ, ਅੰਮ੍ਰਿਤ ਬਣ ਗਏ। ਉਹਨਾਂ ਦਾ ਤਾਂ ਨਾਂ ਲੈ ਕੇ ਵੀ ਬੁਰਕੀ ਤੋੜਨੀ ਚੰਗੀ ਹੈ, ਉਹਨਾਂ ਅੱਗੇ ਥਾਲ ਰੱਖਣਾ ਤਾਂ ਬਹੁਤ ਹੀ ਚੰਗਾ ਹੈ। ਉਹਨਾਂ ਦੇ ਨਾਮ ਦੀ ਅਰਦਾਸ ਕਰਕੇ ਬਾਣੀ ਪੜ੍ਹ ਕੇ ਪ੍ਰਸ਼ਾਦਾ ਛਕਣਾ ਬੜਾ ਚੰਗਾ ਹੈ। ਜੇ ਉਹਨਾਂ ਨੂੰ ਛਕਾਵਾਂਗੇ ਉਹਦੀ ਤਾਂ ਕੋਈ ਰੀਸ ਹੀ ਨਹੀਂ। ਇਹ ਭਗਤੀ ਬਣਾਈ ਮਹਾਂਪੁਰਖਾਂ ਨੇ ਕਿ ਗੁਰੂ ਸਾਹਿਬ ਨੂੰ ਭੋਗ ਲਵਾਉਣਾ, ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਨਾ, ਬਿਰਾਜਮਾਨ ਕਰਨਾ, ਅਲੱਗ ਕਮਰੇ 'ਚ ਰੱਖਣਾ। ਇਵੇਂ ਜਿਵੇਂ ਮਹਾਰਾਜ ਆਪ ਖੁਦ ਬੈਠੇ ਆ। ਜਿਹੜੀ ਜੀ ਦੀ ਗੱਲ ਹੈ ਜਾ ਕੇ ਗੁਰੂ ਸਾਹਿਬ ਨਾਲ ਕਰੋ, ਉੱਥੇ ਬਹਿ ਕੇ ਅਰਦਾਸ ਕਰੋ, ਬਹਿ ਕੇ ਨਿਤਨੇਮ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ। ਜੋ ਵੀ ਮੰਗਣਾ ਹੈ ਗੁਰੂ ਸਾਹਿਬ ਦੇ ਕੋਲੋਂ ਜਾ ਕੇ ਮੰਗੋ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ।
ਐਸੇ ਜੀਵਨ ਨੂੰ ਐਸਾ ਘੜੋ ਕਿ ਜੀਵਨ ਵਿੱਚ ਤੁਹਾਡੀ ਭਗਤੀ ਹੁੰਦੀ ਹੈ। ਬਾਬਾ ਜੀ ਨੇ ਇਸ ਚੀਜ਼ ਨੂੰ ਬਹੁਤ ਵਡਿਆਈ ਦਿੱਤੀ ਕਿ ਗੁਰੂ ਸਾਹਿਬ ਨੂੰ ਪ੍ਰਸ਼ਾਦੇ ਦਾ ਭੋਗ ਲਾਉਣਾ, ਦੁੱਧ ਚਾਹ ਦਾ ਭੋਗ ਲਾਉਣਾ, ਫਿਰ ਆਪ ਛਕਣਾ, ਬਸਤਰ ਬਣਾ ਕੇ ਰੁਮਾਲਾ ਬਣਾ ਕੇ ਗੁਰੂ ਸਾਹਿਬ ਦੇ ਉੱਪਰ ਦੇਣਾ, ਚੋਰੀਆਂ, ਕਮਰ ਕੱਸੇ, ਪਲਕਾਂ, ਅੰਦਰੂਨੀ ਬਸਤਰ ਹੁੰਦੇ ਆ, ਉਹ ਵੀ ਬਣਾਉਣੇ ਗੁਰੂ ਸਾਹਿਬ ਦੇ, ਕਿ ਇਹ ਗੁਰੂ ਸਾਹਿਬ ਧਾਰਨ ਕਰਦੇ ਆ। ਬਸਤਰਾਂ ਨਾਲ ਭਗਤੀ ਹੋ ਜਾਂਦੀ, ਅੰਨ ਨਾਲ ਭਗਤੀ ਹੁੰਦੀ। ਪਹਿਲੇ ਪਹਿਰੇ ਫੁੱਲੜਾ, ਸ਼ਾਮ ਨੂੰ ਪਹਿਲੇ ਪਹਿਰ ਵਿੱਚ ਫੁੱਲ ਬਣ ਜਾਂਦੇ ਨੇ, ਫੁੱਲ, ਤੇ ਫਲ ਪੀ ਪਛਾਰਾ। 12 ਵਜੇ ਤੋਂ ਬਾਅਦ ਆਣ ਕੇ ਫਲ ਬਣਨੇ ਸ਼ੁਰੂ ਹੁੰਦੇ ਆ, ਕਿਉਂਕਿ ਫੁੱਲ ਲੱਗਣਗੇ, ਨਿੱਕੇ ਨਿੱਕੇ ਫਲ ਲੱਗਣਗੇ, ਫਿਰ ਪੱਕਣਗੇ। ਜਿਹੜਾ ਰਾਤ ਵੀ ਸ਼ਾਮੀ ਵੀ ਭਗਤੀ ਕਰਦਾ ਹੈ, ਅੰਮ੍ਰਿਤ ਵੇਲੇ ਵੀ ਉਹਦੇ ਫਲ ਬਣ ਜਾਂਦੇ ਆ। ਇਸ ਕਰਕੇ ਆਪਾਂ ਪੂਰੀ ਰਹਿਣ ਸਬਾਈ ਕਰਦੇ ਆ ਕਿ ਫੁੱਲ ਬਣਦੇ ਨੇ ਪਹਿਲੋਂ, ਫਿਰ ਸੰਗਤ 'ਚ ਬੈਠਿਆਂ ਬੈਠਿਆਂ ਫਲ ਬਣ ਜਾਂਦੇ ਆ, ਤੇ ਆਪਾਂ ਫਿਰ ਫਲ ਲੈ ਕੇ ਜਾਂਦੇ ਆ ਘਰਾਂ ਨੂੰ। ਤੇ ਜਿਹੜੇ ਵਿੱਚੋਂ ਹੀ ਭੱਜ ਗਏ, ਉਹਨਾਂ ਨੇ ਇਕੱਲੇ ਫੁੱਲ ਹੀ ਬਣਾਏ। ਜਿਹੜੇ ਅਖੀਰ ਤੱਕ ਬੈਠੇ ਉਹ ਫਲ ਲੈ ਕੇ ਗਏ ਨੇ। ਗੁਰੂ ਸਾਹਿਬ ਦਾ ਹੁਕਮਨਾਮਾ ਹੁੰਦਾ ਹੈ, ਆਪਣੀ ਝੋਲੀ 'ਚ ਫਲ ਪੈਂਦੇ। ਫਿਰ ਜਿਹੜੇ ਨਾਲ ਅੰਮ੍ਰਿਤ ਵੇਲੇ ਦਾ ਵੀ ਨਿਤਨੇਮ ਕਰਦੇ ਆ, ਜਪਜੀ ਸਾਹਿਬ, ਸ਼ਬਦ ਹਜ਼ਾਰੇ, ਸੁਖਮਨੀ ਸਾਹਿਬ, ਉਹਨਾਂ ਦੇ ਫਲ ਜਿਹੜੇ ਪੱਕ ਕੇ ਰਸ ਭਰੇ ਹੋ ਜਾਂਦੇ, ਰਸ ਭਰੇ। ਨਾਲ ਆਪਾਂ ਅੰਮ੍ਰਿਤ ਵੇਲਾ ਕਰ ਲੈਂਦੇ ਆ, ਤੇ ਰਸ ਭਰੇ ਫਲ ਮਿੱਠੇ ਮਿੱਠੇ ਆਪਣੀ ਝੋਲੀ 'ਚ ਪੈਂਦੇ ਆ। ਇਹ ਹਉਮੈ ਨਹੀਂ, ਗੁਰੂ ਸਾਹਿਬ ਮਿਹਰਾਂ ਕਰਨ। ਕਲਯੁਗ ਦਾ ਸਮਾਂ ਹੈ, ਕਲਯੁਗ ਭਗਤੀ ਨਹੀਂ ਕਰਨ ਦਿੰਦਾ, ਬੜੇ ਵਿਗੜ ਪਾਉਂਦਾ ਹੈ, ਕਰ ਨਹੀਂ ਕੋਈ ਸਕਦਾ ਗੁਰੂ ਪੂਰਿਆਂ ਤੋਂ ਬਗੈਰ। ਸਤਿਗੁਰੂ ਵਿੱਚ ਬੈਠਣ ਆਪਦੇ ਤਾਂ ਭਗਤੀ ਹੁੰਦੀ, ਨਹੀਂ ਤਾਂ ਬੰਦਾ ਕਰਕੇ ਗਵਾ ਲੈਂਦਾ। ਪੜ੍ਹ ਲਓ ਇੱਕ ਵਾਰੀ, ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ।
ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਜੀ ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਜੀ ਭੁੱਖਾ ਨਹੀਂ ਪਦਾਰਥਾਂ ਦਾ, ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਜੀ ਭੁੱਖਾ ਨਹੀਂ ਪਦਾਰਥਾਂ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰਥਾਂ ਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ। ਕਹਿੰਦੇ ਤੂੰ ਭਾਵਨਾ ਨਾਲ ਗੁਰੂ ਵੱਲ ਤੁਰ ਮੂੰਹ ਕਰ, ਤੈਨੂੰ ਗੁਰੂ ਸਾਹਿਬ ਅੱਗੋਂ ਲੈ ਕੇ ਆਉਣਗੇ, ਫਿਰ ਮਹਾਰਾਜ ਲੈ ਕੇ ਆਉਂਦੇ ਆ। ਇੱਕ ਪੈਂਡਾ ਤੂੰ ਹਿੰਮਤ ਕਰ, ਗੁਰੂ ਵੱਲ ਉੱਠ ਵੀ ਮੈਂ ਨਿਤਨੇਮ ਕਰਨਾ ਹੈ। ਗੁਰੂ ਸਾਹਿਬ ਸਾਰਾ ਕੁਝ ਕਰਾਉਣਗੇ, ਇਸ਼ਨਾਨ ਵੀ ਕਰਾਉਣਗੇ, ਨਿਤਨੇਮ ਵੀ ਕਰਾਉਣਗੇ, ਮਨ ਵੀ ਲਾਉਣਗੇ। ਇੱਕ ਹਿੰਮਤ ਤੂੰ ਕਰ, ਗੁਰੂ ਘਰ ਨੂੰ 4 ਕਦਮ ਪੱਟ ਲਾ, ਫਿਰ ਮਹਾਰਾਜ ਜੀ ਲੈ ਕੇ ਜਾਣਗੇ। ਪੜੋ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੀਤ ਹੈ। ਆਪ ਹੀ ਫਿਰ ਕਿਰਪਾ ਕਰਦੇ ਆ। ਆਪਾਂ ਕਹਿੰਦੇ ਆ ਜਿਵੇਂ ਲਾਈਆਂ ਉਵੇਂ ਨਿਭਾਇਓ ਮਹਾਰਾਜ, ਫਿਰ ਅੱਗੇ ਉਹ ਆਪ ਨਿਭਾਉਂਦੇ ਆ। ਕਹਿੰਦੇ ਇੱਕ ਵਾਰੀ ਇੱਕ ਪੈਂਡਾ ਤੂੰ ਚੱਲ, ਫਿਰ ਤੈਨੂੰ ਮਹਾਰਾਜ ਲੈ ਕੇ ਆਉਣਗੇ। ਅੱਗੋਂ ਦਿਸਦਾ ਨਹੀਂ, ਗੁਰੂ ਸਾਹਿਬ ਆਪ ਸੇਵਕ ਦੇ ਨਾਲ ਹੁੰਦੇ ਆ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ,
ਸਿਮਰਨ ਤਾਹੇ ਬਾਰੰਬਾਰ ਗੁਰ ਏਤ ਹੈ। ਕਹਿੰਦੇ ਤੂੰ ਇੱਕ ਵਾਰੀ ਮੰਤਰ ਸਿਮਰ, ਫਿਰ ਗੁਰੂ ਤੇਰੇ ਕੋਲ ਮੰਤਰ ਕਰਾਈ ਜਾਏਗਾ। ਇੱਕ ਸਿੱਖ ਤੇ ਸਿੱਖਣੀ ਨੇ ਅੰਮ੍ਰਿਤ ਛਕ ਲਿਆ। ਉਹਨਾਂ ਨੇ ਕਿਹਾ ਵੀ ਅੰਮ੍ਰਿਤ ਛਕਿਆ ਮਿਲਦਾ ਕੀ ਹੈ? ਗੁਰੂ ਸਾਹਿਬ ਨੇ ਕਿਹਾ ਸੀ ਅੰਮ੍ਰਿਤ ਛਕੋ ਭਾਈ। ਬੱਚਾ ਬੱਚੀ ਸੀ, ਵਿਆਹ ਤੋਂ ਬਾਅਦ ਆਏ। ਕਹਿੰਦੇ ਜੀ ਅੰਮ੍ਰਿਤ ਛਕਿਆ ਕੀ ਮਿਲੇਗਾ? ਗੁਰੂ ਸਾਹਿਬ ਕਹਿੰਦੇ ਵੀ ਫਿਰ ਗੁਰੂ ਨਾਲ ਰਹੇਗਾ ਤੁਹਾਡੇ, ਤੁਸੀਂ ਗੁਰੂ ਦੇ ਹੋ ਗਏ ਨਾ, ਫਿਰ ਗੁਰੂ ਨਾਲ ਰਹੇਗਾ। ਉਹਨੂੰ ਬੀਬੀ ਨੂੰ ਖੁਸ਼ੀ ਬਹੁਤ ਹੋ ਗਈ। ਉਹ ਪੜਨ ਲੱਗ ਪਈ, ਗੁਰ ਮੇਰੇ ਸੰਗ ਸਦਾ ਹੈ ਨਾਲ। ਚਾਹ ਵਿੱਚ ਪੜ੍ਹਦੀ ਰਹੀ, ਫਿਰ ਉਹਦੀ ਆਦਤ ਹੀ ਬਣ ਗਈ, ਲਗਣੀ ਬਣ ਗਈ। ਕਈ ਵਾਰੀ ਆਪਣੇ ਅੰਦਰ ਆਪਣੇ ਆਪ ਹੀ ਸ਼ਬਦ ਚੱਲ ਪਏਗਾ। ਸਾਰਾ ਦਿਨ ਘਰ ਦੇ ਕੰਮ ਕਰਦਿਆਂ ਉਹੀ ਦਿਮਾਗ 'ਚ ਆਈ ਜਾਏਗਾ। ਜੇ ਭਾਂਡਾ ਸ਼ੁੱਧ ਹੋਵੇ, ਜੇ ਮੋਹ ਮਾਇਆ ਮਲ ਮੂਤ ਦਾ ਗੰਦਾ ਹੋਵੇ ਭਾਂਡਾ, ਫਿਰ ਨਹੀਂ ਸ਼ਬਦ ਚੱਲਦਾ। ਜੇ ਨਿਰਮਲ ਹੋਇਆ ਹੋਵੇ ਨਾ, ਫਿਰ ਆਪਣੇ ਅੰਦਰ ਸ਼ਬਦ ਚੱਲ ਪਏਗਾ। ਉਹ ਪੰਕਤੀ ਵਾਰ-ਵਾਰ ਆਈ ਜਾਏ। ਬੀਬੀ ਦੇ ਅੰਦਰ ਇਹ ਸ਼ਬਦ ਭਰਪੂਰ ਹੋ ਗਿਆ। ਪਿਸ਼ੌਰ ਵੀ ਚਲੇ ਗਏ, ਫਿਰ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਂਡੇ ਧੋਵੇ, ਮਾਂਜੇ, ਰਸੋਈ ਕੰਮ ਕਰੇ, ਕੋਈ ਵੀ ਮੰਤਰ ਪੜ੍ਹੇ ਤੇ ਸ਼ਬਦ ਇਹੀ ਚੱਲੇ। ਗੁਰ ਮੇਰੇ ਸੰਗ, ਤੇ ਗੁਰੂ ਸਾਹਿਬ ਹੁੰਦੇ ਫਿਰ ਸੰਗ ਹੀ ਰਹੇ। ਬੜੇ ਦੁੱਖ ਵਿਘਨ ਆਏ ਉਹਨੂੰ, ਮਹਾਰਾਜ ਉਦੋਂ ਹੀ ਖੜ ਜਾਂਦੇ ਸੀ ਜਾ ਕੇ। ਜਿੰਨੀਆਂ ਬਿਪਤਾਂ ਆਈਆਂ ਗੁਰੂ ਸਾਹਿਬ ਨੇ ਟਾਲੀਆਂ। ਕਹਿੰਦੇ ਇੱਕ ਵਾਰੀ ਤੂੰ ਹਿੰਮਤ ਕਰਕੇ ਜੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰੇਗਾ ਨਾ, ਫਿਰ ਜਪਣ ਦੀ ਲੋੜ ਨਹੀਂ, ਤੇਰੇ ਅੰਦਰ ਮਾਲਾ ਚੱਲ ਪਏਗੀ ਵਾਹਿਗੁਰੂ ਵਾਹਿਗੁਰੂ ਦੀ। ਮੂਲ ਮੰਤਰ ਇੱਕ ਵਾਰੀ ਕਰੇਗਾ, ਕੁਝ ਸਮਾਂ ਜ਼ੋਰ ਲਾ ਕੇ ਫਿਰ ਮੂਲ ਮੰਤਰ ਹੀ ਚੱਲੀ ਜਾਏਗਾ। ਜਿਹੜਾ ਵੀ ਸ਼ਬਦ ਤੂੰ ਕਰੇਗਾ ਇਹਦਾ ਪੁੰਨ ਬਹੁਤ ਹੈ। ਮੈਂ ਧੋਤੀ ਜਾਂਦੀ, ਹਿਰਦਾ ਸ਼ੁੱਧ ਹੋ ਜਾਂਦਾ ਹੈ, ਬੁੱਧ ਨਿਰਮਲ ਹੋ ਜਾਂਦੀ, ਵਿਘਨ ਦੂਰ ਹੋ ਜਾਂਦੇ ਆ, ਕਲਯੁਗ ਨੇੜੇ ਨਹੀਂ ਆਉਂਦਾ। ਇੱਕ ਵਾਰੀ ਕਹਿੰਦੇ ਸਤਿਗੁਰੂ ਮੰਤਰ ਨੂੰ ਸਿਮਰਨ ਮਾਤਰ ਕੁਝ ਸਮਾਂ, ਫਿਰ ਸਿਮਰਨ ਚੱਲ ਪੈਂਦਾ ਅੰਦਰ। ਭਾਵਨੀ ਭਗਤ ਪਾਏ ਗੋਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਭਾਵਨਾ ਦੇ ਨਾਲ ਗੁਰੂ ਅੱਗੇ ਕੌਡੀ ਰੱਖ, ਤੇ ਗੁਰੂ ਤੈਨੂੰ ਵੱਡਾ ਖਜ਼ਾਨਾ ਦੇਵੇਗਾ। ਕੌਡੀ ਦੇ ਬਦਲੇ, ਕੌਡੀ ਦੇ ਬਦਲੇ ਖਜ਼ਾਨਾ ਦੇਵੇਗਾ। ਕਹਿੰਦੇ ਨੇ ਗੁਰੂ ਸਾਹਿਬ ਨੇ ਹੁਕਮਨਾਮਾ ਭੇਜਿਆ। ਦੂਰ ਸੰਗਤਾਂ ਰਹਿੰਦੀਆਂ ਸੀ, ਪਿਸ਼ੌਰ ਜਾਂ ਕਾਬਲ ਕੰਧਾਰ 'ਚ। ਇੱਕ ਸਿੱਖ ਨੂੰ ਭੇਜਿਆ ਵੀ ਜਾ ਕੇ ਉਹਨਾਂ ਨੂੰ ਕਹੋ ਸਾਰੇ ਦਸਵੰਧ ਭੇਜਣ, ਅੰਮ੍ਰਿਤਸਰ ਦੀ ਸੇਵਾ ਚੱਲ ਰਹੀ ਹੈ। ਸਾਰੀਆਂ ਸੰਗਤਾਂ ਆਪਣਾ ਦਸਵੰਧ ਜਾਂ ਲੈ ਕੇ ਆਉਣ ਤੇ ਜਾਂ ਭੇਜ ਦੇਣ। ਜਿਹੜਾ ਜਥੇਦਾਰ ਸੀ ਗੁਰਦੁਆਰੇ ਦਾ, ਉਹਨੇ ਸੰਗਤ ਵਿੱਚ ਬੋਲਿਆ, ਭਾਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਦਾ ਜਥਾ ਜਾ ਰਿਹਾ ਹੈ। ਜਿਨ੍ਹਾਂ ਨੇ ਆਪਦੀਆਂ ਭੇਟਾਂ ਲੈ ਕੇ ਜਾਣੀਆਂ ਨਾ, ਉਹ ਫਲਾਣੇ ਦਿਨ ਸੰਗਤ ਨੇ ਜਥੇ ਨਹੀਂ ਚੱਲਦਾ। ਜਿਹੜੇ ਨਹੀਂ ਜਾ ਸਕਦੇ ਉਹ ਆਪਦੀਆਂ ਭੇਟਾਂ ਇੱਥੇ ਦੇ ਦੇਣ, ਜਮ੍ਹਾਂ ਕਰਾ ਦੇਣ, ਉਹਦੀਆਂ ਭੇਟਾਂ ਅਸੀਂ ਲੈ ਕੇ ਜਾਵਾਂਗੇ। ਇੱਕ ਗਰੀਬ ਸਿੱਖ ਬੈਠਾ ਸੀ, ਬਾਹਲਾ ਹੀ ਗਰੀਬ ਸੀ, ਕਰਦਾ ਸੀ ਤੇ ਖਾਂਦਾ ਸੀ, ਪੱਲੇ ਨਹੀਂ ਕੁਝ ਰਹਿੰਦਾ ਸੀ। ਜਿੰਨਾ ਕਮਾਉਂਦਾ ਸੀ ਓਨਾ ਹੀ ਖਾਧਾ ਜਾਂਦਾ ਸੀ। ਇਹ ਆ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੇ। ਟੁੱਟੀ ਕੌਡੀ ਵੀ ਰੱਖਦੇ, ਕਹਿੰਦੇ ਭਾਗ ਦਾ ਮਤਲਬ ਇਹ ਦੋ ਹਿੱਸੇ ਕੌਡੀ ਬਣੀ ਹੁੰਦੀ ਹੈ। ਉਦੋਂ ਕੌਡੀਆਂ ਦਾ ਵੀ ਹਿਸਾਬ ਸੀ।
कि एक पैसे ਦੀਆਂ ਕਿੰਨੀਆਂ ਕੌਡੀਆਂ ਆਉਂਦੀਆਂ ਸੀ। ਭਾਵਨਾ ਨਾਲ ਬਾਬਾ ਜੀ ਕਹਿੰਦੇ ਸੀ ਇੱਥੇ ਮਾਇਆ ਮੱਥਾ ਟੇਕਣ ਦਾ ਹੁਕਮ ਨਹੀਂ, ਤੂੰ ਭਾਵਨਾ ਦੇ ਨਾਲ ਘਰੋਂ ਪ੍ਰਸ਼ਾਦਾ ਤਿਆਰ ਕਰ ਲਿਆ, ਦਾਲ ਦਾ, ਚੌਲਾਂ ਦਾ, ਕਣਕ ਦਾ, ਕਿਸੇ ਚੀਜ਼ ਦਾ ਆਟਾ ਉਟਾ ਨਹੀਂ ਮੱਥਾ ਟੇਕਦੇ ਇੱਥੇ। ਜਿਹੜੀ ਚੀਜ਼ ਸੰਗਤ 'ਚ ਕੰਮ ਆ ਜੇ ਤੂੰ ਭਾਵਨਾ ਨਾਲ ਲਿਆ, ਖੰਡ ਲਿਆ, ਗੁੜ ਲਿਆ, ਕੋਈ ਲੰਗਰ 'ਚ ਵਰਤਣ ਵਾਲੀ ਵਸਤੂ ਲਿਆ, ਪ੍ਰਸ਼ਾਦਾ ਬਣਾ ਕੇ ਲਿਆ, ਫਲਾਂ ਦਾ ਪ੍ਰਸ਼ਾਦ ਲਿਆ, ਮਿਸ਼ਰੀ ਲਿਆ, ਪਤਾਸੇ ਲਿਆ, ਗੁਰੂ ਦੇ ਚਰਨਾਂ 'ਚ ਰੱਖ। ਫਲ ਭਾਵਨਾ ਦੇ ਮਿਲਦੇ ਆ। ਸ਼ਰਧਾ ਨਾਲ ਜਿਹੜੀ ਚੀਜ਼ ਸੰਗਤ 'ਚ ਲਿਆ ਕੇ ਰੱਖੇਗਾ, ਇੱਕ ਦਾਣਾ ਵੀ ਤੇਰਾ ਸਫਲ ਹੈ। ਘਰ ਦੀ ਬਰਕਤ ਪੈਂਦੀ ਹੈ, ਘਰ ਵਿੱਚੋਂ ਕੋਈ ਦਾਣਾ ਆਉਂਦਾ ਹੈ, ਲੰਗਰ ਆਉਂਦਾ ਹੈ, ਘਰ ਦੀ ਬਰਕਤ। ਤਾਂ ਬਾਬਾ ਜੀ ਨੇ ਪ੍ਰਸ਼ਾਦੇ ਦੀਆਂ ਡਿਊਟੀਆਂ ਲਾਈਆਂ। ਜਿਨ੍ਹਾਂ ਘਰਾਂ 'ਚ ਲੰਗਰ ਪੱਕ ਕੇ ਆਉਂਦਾ ਨਾ ਇੱਥੇ, ਉਹਨਾਂ ਘਰਾਂ ਵਿੱਚ ਗੁਰੂ ਦੀਆਂ ਬਰਕਤਾਂ ਪੈਂਦੀਆਂ ਨੇ। ਉਹ ਬੀਜਿਆ ਜਾਂਦਾ ਉਹਨਾਂ ਦਾ, ਉਹਦਾ ਫਲ ਮਿਲਦਾ। ਜਦੋਂ ਆਵਾਜ਼ ਦਿੱਤੀ ਤੇ ਗਰੀਬ ਸਿੱਖ ਨੇ ਆਪਦੇ ਜੇਬ 'ਚ ਹੱਥ ਮਾਰ ਕੇ ਵੇਖਿਆ ਤੇ ਕੋਈ ਨਹੀਂ ਸੀ, ਜੇਬ ਵੀ ਪਾਟੀ ਹੋਈ ਸੀ, ਤੇ ਰੋਣ ਲੱਗ ਪਿਆ ਕਿ ਸਾਰੇ ਸਿੱਖ ਆਪਣਾ ਭੇਟਾ ਦੇ ਰਹੇ ਵੀ ਆ ਮੇਰੀ ਕੋਲ ਗੁਰੂ ਕੋਲ ਲੈ ਜਾਓ, ਪੈਸਾ ਲੈ ਜਾਓ, 10 ਪੈਸੇ ਲੈ ਜਾਓ। ਕਿੰਨੀ ਕਿਸੇ ਕੋਲ ਹੈਗੀ ਸੀ, ਰੁਪਈਆ, 10 ਰੁਪਈਏ, ਕੋਈ ਕਿਸੇ ਕੋਲ ਸੋਨਾ ਚਾਂਦੀ, ਕੁਝ। ਸਭ ਨੇ ਰੱਖਿਆ ਆਪਣੀ ਬਿੱਧ ਅਨੁਸਾਰ। ਸੇਵਾ ਹੁੰਦੀ ਜੇ ਜੈਸਾ ਬਿੱਤ ਤੈਸਾ ਹੋਏ ਵਰਤੇ। ਜਿੰਨੇ ਜੋਗਾ ਹੈ ਓਨਾ ਹੀ ਕਰ। ਇੱਕ ਚੰਗੇ ਪੈਸੇ ਵਾਲਾ ਕਹੇ ਜੀ ਮੈਂ ਵੀ ਰੁਪਈਆ ਰੱਖਦਾ, ਇੱਕ ਗਰੀਬ ਰੁਪਈਆ ਰੱਖੇ, ਕਹਿੰਦੇ ਨਹੀਂ, ਤੂੰ ਜਿੰਨੇ ਜੋਗਾ ਹੈ ਵੱਧ ਤੋਂ ਵੱਧ ਕਰ। ਇਹਦਾ ਗਰੀਬ ਦਾ ਰੁਪਈਆ ਹੀ ਬਹੁਤ ਹੈ, ਤੈਨੂੰ ਗੁਰੂ ਨੇ ਬਹੁਤਾ ਦਿੱਤਾ ਹੈ, ਬਹੁਤਾ ਕੱਢ ਦਸਵੰਧ। ਤੇਰਾ ਬਹੁਤਾ ਪ੍ਰਵਾਨ ਹੋਏਗਾ। ਥੋੜੇ 'ਚੋਂ ਥੋੜਾ, ਬਹੁਤੇ 'ਚੋਂ ਬਹੁਤਾ ਗੁਰੂ ਦੇ ਅੱਗੇ ਰੱਖਣਾ। ਇਹਨੇ ਹੱਥ ਮਾਰਿਆ ਤੇ ਮਾਇਆ ਜੇਬ 'ਚ ਕਿੱਥੇ, ਕਦੀ ਪਈ ਨਹੀਂ ਸੀ, ਜੇਬ ਵੀ ਪਾਟੀ ਹੋਈ ਸੀ, ਤੇ ਰੋਣ ਲੱਗ ਪਿਆ। ਘਰ ਵੀ ਰੋਂਦਾ ਹੋਇਆ ਗਿਆ। ਘਰ ਵਾਲੀ ਨੇ ਦੇਖਿਆ ਵੀ ਮੇਰੇ ਸਵਾਮੀ ਜੀ ਰੋ ਰਹੇ ਨੇ, ਕੀ ਗੱਲ, ਕੋਈ ਦਿਹਾੜੀ ਮਜ਼ਦੂਰੀ ਨਹੀਂ ਮਿਲੀ, ਕੰਮ ਨਹੀਂ ਮਿਲਿਆ। ਕਹਿੰਦੇ ਕੋਈ ਨਹੀਂ, ਆਪਾਂ ਨਹੀਂ ਖਾਵਾਂਗੇ। ਪਤੀ ਜੀ ਤੁਸੀਂ ਰੋਵੋ ਨਾ, ਕੀ ਹੋ ਗਿਆ ਜੇ ਕੰਮ ਨਹੀਂ ਮਿਲਿਆ ਅੱਜ? ਕਹਿੰਦੇ ਨਹੀਂ, ਕੰਮ ਤਾਂ ਅੱਗੇ ਵੀ ਕਈ ਵਾਰੀ ਨਹੀਂ ਮਿਲਦਾ, ਮੈਂ ਨਹੀਂ ਰੋਂਦਾ। ਅੱਜ ਜਿਹੜੀ ਗੱਲੋਂ ਰੋਇਆ ਨਾ, ਸੰਗਤ ਨੇ ਸਭ ਨੇ ਦਸਵੰਧ ਦਿੱਤਾ ਹੈ। ਥੋੜਾ ਬਹੁਤਾ ਮੇਰੇ ਕੋਲ ਕੁਝ ਹੈ ਨਹੀਂ ਸੀ, ਤੇ ਤਾਂ ਮੈਂ ਰੋਇਆ, ਮਹਾਰਾਜ ਮੈਂ ਵੀ ਤੁਹਾਡਾ ਸਿੱਖ ਹਾਂ ਕਿ ਮੈਨੂੰ ਤੁਸੀਂ ਇੰਨਾ ਗਰੀਬ ਕਰਤਾ ਕਿ ਮੈਂ ਪੈਸਾ ਵੀ ਨਹੀਂ ਦੇ ਸਕਿਆ। ਅੱਜ ਮੇਰੀ ਜੇਬ 'ਚ ਕੁਝ ਹੈ ਹੀ ਨਹੀਂ। ਅੱਜ ਮੈਨੂੰ ਦੁੱਖ ਹੋਇਆ ਗਰੀਬੀ ਦਾ, ਅੱਗੇ ਕਦੀ ਨਹੀਂ ਹੋਇਆ। ਰੋਟੀ ਨਹੀਂ ਮਿਲੀ, ਕੋਈ ਦੁੱਖ ਨਹੀਂ ਗਰੀਬੀ ਦਾ। ਕੰਮ ਨਹੀਂ ਮਿਲਿਆ, ਕੋਈ ਦੁੱਖ ਨਹੀਂ। ਪਰ ਅੱਜ ਦੁੱਖ ਹੋਇਆ ਕਿ ਮੈਂ ਗੁਰੂ ਦੇ ਲੇਖੇ ਨਹੀਂ ਕੋਈ ਕੱਢ ਸਕਿਆ। ਕਹਿੰਦੀ ਕੋਈ ਨਹੀਂ, ਤੁਸੀਂ ਘਬਰਾਓ ਨਾ, ਮੈਂ ਸਾਰਾ ਘਰ ਵੇਖਦੀ ਹਾਂ, ਕੋਈ ਨਾ ਕੋਈ ਮਿਲ ਜਾਏਗਾ। ਸਾਰਾ ਸਮਾਨ ਕੱਢ ਕੇ ਬਾਹਰ ਸਿੱਟਣਾ ਸ਼ੁਰੂ ਕਰਤਾ ਕਿ ਕਿਤੇ ਕੋਈ ਚੀਜ਼ ਪਈ ਮਿਲ ਜੇ, ਗੁਰੂ ਕੋਲ ਦੇ ਦਈਏ। ਪਤੀ ਜਾ ਕੇ ਹਾਜ਼ਰ ਕਰੇ, ਸੰਗਤਾਂ ਦਾ ਜਥਾ ਜਾ ਰਿਹਾ। ਕਰਦਿਆਂ ਘਰ ਵਿੱਚੋਂ ਕੌਡੀ ਮਿਲ ਗਈ। ਕੌਡੀ, ਇੱਕ ਕੌਡੀ ਮਿਲ ਗਈ। ਸਿੱਖ ਨੇ ਉਹ ਜਿਹੜੀ ਕੌਡੀ ਸੀ ਨਾ, ਉਹ ਆਪਦੇ ਪੱਗ ਦੇ ਪੱਲੇ 'ਚ ਬੰਨ ਲਈ ਕਿ ਮੈਂ ਗੁਰੂ ਸਾਹਿਬ ਕੋਲ ਲੈ ਕੇ ਜਾਵਾਂਗਾ।
नाले मैं गुरु महाराज अगे कौडी रखांगा, नाले आखांगा महाराज मैनूं तुसीं इन्ने कुछ योगा ही कीता, जे बहुता दिंदे अज मैं रुपया धन दूजियां वांगू रखदा, मैं तुहाडा सिख हाँ, तुहाडा नाम जपदा, पर मैं इस कौडी जोगा ही हाँ। ते गुरु बड़ा सच्चा है, प्यार दियां भेटां प्रवान करदा है, वो बड़े ढेर वाल नहीं वेखदा, वो शरधा वाल देखदा। सारियां साखियां सुनियां सी, सुन के मन बना लिया कि हुण कौडी तां मैं आप ही लेके जावांगा, मेरे को है ही कौडी। जिहड़ा दुनिया का सब तो अमीर आदमी सी ना विरला सेठ, वो बाबा जी कोल बेर लै आया, बेरां दी टोकरी रख के कहंदा जी भीलनी दे बेर। बाबा जी कहंदे विरलिया तैनूं इन्नी माया रब ने दित्ती, भीलनी कोल तां विचारी कोल बेरां तो बगैर कुछ है ही नहीं सी, उहदे कोल कल्ले बेर ही सी, कंगालनी सी, जंगल विच सिटी सी माँ बाप ने, कोई उनका भैन भाई पति नहीं सी, कोई उनके को धनहीन रूप तो भी ही नहीं सी, धन तो भी ही नहीं सी। कहंदी ऐसी जात दी कमीनी, रूप रंग तो भी ही नहीं, कुल ढंग तो भी ही नहीं, पर उनके कोल प्रेम हैगा सी राम दा, वो भी नाम जप जप के आया सी। संतां ने कहा सी भीलनी नाम जपया कर, नाम जपन दे नाल अंदर प्रेम आ जाता, जदों नाम जपांगे अंदर प्रेम आएगा, फिर जिवें माता पिता दे नाल पुत्र जमदा है, धी जमदी, इवें अंदर दे प्रेम शरधा गुरु साहब दियां नाल जोड़न वालियां वस्तु फिर उदों जन्म लैंदी है। साध संगत बिन भाव ना उपजे, ये नाम जपण नाल त्याग विराग जप तप भगती सारी आउंदी है। वो प्रेम वाली सी। सिख ने कौडी बन ली, गरीब ने पल्ले, परिवार नूं कहा तुसीं जिवें मर्जी मंग मुंग के सार लिओ, जिन्ने दिन लगणगे मैं संगत नाल जावांगा आवांगा, मैं गुरु साहब अगे कौडी रख के आउणी जी, तुहाडा सिख इन्ने कुछ जोगा ही, मेरे ते महाराज निगाह पाउणगे, बहुता दे देणगे, बहुता देणगे, मैं बहुता लेके जावा करांगा। संगत तुरी गई, ये भी नाल तुरिया गया, संगत अमृतसर पहुंच गई, ते संगत ने आपो अपनियां भेटां रखनियां शुरू कर दियां। इस सिख नूं बहुत ही शर्म आई कि एडे वड्डे सतगुरु मेरी कौडी वाल कित्थों वेखणगे, मैं एडे वड्डे गुरुआं के लोकी 500 रुपया, कोई सोना, कोई चांदी, कोई मोहरा रख रहा है, मेरी कौडी वाल कौन वेखेगा। ये गुरु साहब की दयालता होंदी है, मेरा होंदी। बाबा कुंदन सिंह जी महाराज कई बारी प्रसाद फड़ते सी आईयां संगतां दा, कई बारी कईयां दे पतासे फड़ लैंदे सी। असीं देखना भी इहदे डब्बियां नूं हत्थ नहीं लाया, इहदे पतासियां नूं फड़दे आ। वो भावना दे नाल जिहड़ा कोई लिआउंदा सी किणका, महापुरुष भावना वाली वस्तु प्रवान करते हैं, सेवक दे भाव खुल जाते सी। ये बैठा रहा, सारे भेटा रखी गए। लांगरी सिंह ने आन के अरदासी ने अरदास की भी सब दी भेट आई है, गुरु साहब प्रवान करो। गुरु साहब कहते नहीं भाई अजे नहीं आई। वो कहता भी कोई भाई जिंदी भेटा रख दो। महाराज कह रहे हैं भी अजे नहीं आई। सारी संगत बोली जी आ गई, सब दी आ गई। गुरु साहब नूं लांगरी सिंह आ गया, महाराज लंगर तैयार है, आप जी छको, संगतां छकण। गुरु साहब कहते नहीं भाई भेटा नहीं आई है जी।
ਉਹਨੇ ਲਾਂਗਰੀ ਨੂੰ ਪੁੱਛਿਆ ਵੀ ਸੰਗਤ ਨੂੰ ਜਿੰਨੀ ਭਾਈ ਤੁਸੀਂ ਆਏ ਜੇ ਸੰਗਤ, ਜੇ ਕਿਸੇ ਦੀ ਭੇਟਾ ਰਹਿ ਗਈ ਤੇ ਰੱਖ ਦਿਓ। ਕੋਈ ਨਾ ਹਿੱਲਿਆ। ਗੁਰੂ ਸਾਹਿਬ ਵੀ ਜਾਣ ਰਹੇ ਸੀ ਵੀ ਮੇਰਾ ਸਿੱਖ ਬਹੁਤ ਨਿਮਾਣਾ ਹੋਇਆ ਬੈਠਾ ਹੈ, ਕੌਡੀ ਉਹਨੇ ਪੱਲੇ ਬੰਨੀ, ਦੇ ਨਹੀਂ ਰਿਹਾ, ਮਹਾਰਾਜ ਮੰਗ ਰਹੇ ਨੇ, ਉਹ ਨਹੀਂ ਉੱਠ ਰਿਹਾ ਸ਼ਰਮ ਦਾ ਮਾਰਾ ਕਿ ਮੇਰੀ ਕੌਡੀ ਕਿਹਨੇ ਵੇਖਣੀ। ਗੁਰੂ ਸਾਹਿਬ ਆਪ ਉੱਠ ਪਏ। ਸਭ ਨੇ ਦੇਖਿਆ ਸ਼ਾਇਦ ਲੰਗਰ ਨੂੰ ਚੱਲੇ ਆ। ਉੱਠ ਕੇ ਉਹ ਸਿੱਖ ਦੇ ਕੋਲ ਆ ਕੇ ਕਹਿੰਦੇ ਸਾਡੀ ਭੇਟਾ ਤਾਂ ਦੇ। ਆਖੋ ਵਾਹਿਗੁਰੂ। ਨਾਲ ਮਹਾਰਾਜ ਨੇ ਪੱਗ ਨੂੰ ਹੱਥ ਪਾ ਲਿਆ ਸਿਰ ਤੇ। ਆ ਜਿਹੜੀ ਪੱਲੇ ਬਣ ਕੇ ਲਿਆਇਆ ਦੇ। ਉਹ ਸਿੱਖ ਤਾਂ ਬੇਸ਼ੋਧੀ ਹੋ ਗਿਆ ਕਿ ਗੁਰੂ ਇੰਨਾ ਵੱਡਾ ਹੈ, ਇੰਨੇ ਪਿਆਰ ਨੂੰ ਪ੍ਰਵਾਨਦਾ ਹੈ। ਮੈਂ ਕਿਹਾ ਸੀ ਮੇਰੀ ਕੌਡੀਆਂ ਵੱਲ ਕਿਹਨੇ ਵੇਖਣਾ ਹੈ, ਤੇ ਗੁਰੂ ਮੇਰੀ ਕੌਡੀ ਨੂੰ ਵੇਖੀ ਜਾਂਦਾ ਹੈ। ਧਨ ਵੱਲ ਨਹੀਂ ਵੇਖ ਰਿਹਾ ਜਿਵੇਂ ਜਿਵੇਂ ਕਿਸੇ ਰੱਖਿਆ। ਕਹਿੰਦੇ ਸਿੱਖਾ ਤੂੰ ਕਿਉਂ ਨਹੀਂ ਰੱਖਦਾ ਆਪਦੀ ਭੇਟਾ? ਤੂੰ ਕਹਿੰਦਾ ਮੇਰੀ ਕੌਡੀ, ਐਡੇ ਧਨ ਅੱਗੇ ਮੇਰੀ ਕੌਡੀ ਕੀ ਚੀਜ਼ ਹੈ? ਗੁਰੂ ਸਾਹਿਬ ਕਹਿੰਦੇ ਸਿੱਖਾ ਤੇਰੇ ਪਿਆਰ ਅੱਗੇ ਧਨ ਦੀ ਢੇਰੀ ਵੀ ਛੋਟੀ, ਤੇਰੀ ਭਾਵਨਾ ਅੱਗੇ ਇਹ ਮਾਇਆ ਦੇ ਢੇਰ, ਸੋਨੇ ਚਾਂਦੀ ਦੇ ਢੇਰ ਛੋਟੇ ਨੇ। ਕੌਡੀ ਗੁਰੂ ਸਾਹਿਬ ਨੇ ਲੈ ਲਈ। ਸਿੱਖ ਨੂੰ ਕਹਿੰਦੇ ਦੱਸ ਇਸ ਦੇ ਬਦਲੇ ਤੈਨੂੰ ਦੇਈਏ ਕੀ? ਅਸੀਂ ਖੁਸ਼ ਹਾਂ, ਪ੍ਰਸੰਨ ਹਾਂ। ਤੇਰੀ ਕੌਡੀ, ਤੇਰੀ ਭੇਟਾ ਲੈ ਕੇ ਅਸੀਂ ਬਹੁਤ ਹੀ ਖੁਸ਼ ਹਾਂ। ਤੂੰ ਝੋਲੀ ਕਰ, ਅਸੀਂ ਦੇਈਏ ਕੀ? ਐਸ ਦੁਨੀਆ ਦੇ ਸਾਰੇ ਸੁੱਖ ਹੈਗੇ, ਮਾਇਆ, ਰਾਜ, ਭਾਗ, ਵਡਿਆਈਆਂ ਦੇਈਏ। ਅੱਗੇ ਪਰਲੋਕ ਦੇ ਸਿੱਖ, ਜਨਮ ਜਨਮ ਦੇ ਸੁੱਖ ਹੈਗੇ। ਸਾਡੇ ਦੋਨਾਂ ਹੱਥਾਂ ਵਿੱਚ, ਇੱਕ 'ਚ ਲੋਕ ਦੇ ਸੁੱਖ ਨੇ, ਇੱਕ ਪਰਲੋਕ ਦੇ ਸੁੱਖ ਨੇ। ਝੋਲੀ ਕਰ, ਤੇਰੀ ਝੋਲੀ 'ਚ ਕਿਹੜੀ ਮੁੱਠੀ ਖੋਲੀਏ? ਉਹ ਸਿੱਖ ਕਹਿੰਦਾ ਮਹਾਰਾਜ ਵੀ ਤੁਸੀਂ ਲੋਕ ਦੇ ਸੁੱਖ ਦਿਓਗੇ ਤੇ ਫਿਰ ਮੈਂ ਪਰਲੋਕ ਵਿੱਚ ਕੀ ਕਰਾਂਗਾ? ਅੱਗੇ ਇੱਥੇ ਖਾ ਕੇ ਭੁੱਖਾ ਹੋ ਜਾਵਾਂਗਾ। ਜੇ ਤੁਸੀਂ ਉੱਥੋਂ ਦੇ ਸੁੱਖ ਮੈਨੂੰ ਦਿਓਗੇ ਤੇ ਇੱਥੇ ਮੈਂ ਭੁੱਖਾ ਮਰਦਾ ਰਿਹਾ ਸਾਰੀ ਉਮਰ, ਤੇ ਤੁਹਾਡਾ ਸਿੱਖ। ਜੇ ਤੁਸੀਂ ਦਿਆਲ ਹੋਏ ਜੇ ਨਾ, ਫਿਰ ਦੋਨੇ ਹੀ ਹੱਥ ਮੇਰੀ ਝੋਲੀ 'ਚ ਖੋਲ ਦਿਓ। ਨਾ ਮੈਂ ਇੱਥੇ ਦੁਖੀ ਹੋਵਾਂ, ਭੁੱਖਾ ਮਰਾਂ, ਤੇ ਨਾ ਅੱਗੇ। ਗੁਰੂ ਸਾਹਿਬ ਨੇ ਕਿਹਾ ਜਾ ਸਿੱਖਾ ਤੈਨੂੰ ਲੋਕ ਪਰਲੋਕ ਦੇ ਸੁੱਖ, ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰੂ ਸਾਹਿਬ ਨੇ ਇਸ ਲੋਕ ਦੇ ਵੀ ਸੁੱਖ, ਪਰਲੋਕ ਦੇ ਵੀ ਸੁੱਖ ਉਸ ਸਿੱਖ ਦੀ ਝੋਲੀ 'ਚ ਪਾਏ। ਇੱਕ ਕੌਡੀ ਲੈ ਕੇ ਆਖਿਆ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰੂ ਸਰਬ ਨਿਧਾਨ ਦਾਤ ਦੇ ਦੇ। ਨਿਧਾਨ ਤੋਂ ਮੈਂ ਹੁੰਦਾ ਭਾਵ ਖਜ਼ਾਨਾ। ਗੁਰੂ ਸਾਰਾ ਹੀ ਖਜ਼ਾਨਾ ਤੈਨੂੰ ਦੇ ਦੇਗਾ ਕੌਡੀ ਲੈ ਕੇ। ਅੱਗੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨਮੋ, ਨੇਤ 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 ਹੈ। ਕਹਿੰਦੇ ਸਤਿਗੁਰ ਦੀ ਦਇਆ ਮਹਿਮਾ ਜਿਹੜੀ ਅਗਾਧ ਬੋਧ ਹੈ, ਅੰਤ ਨਹੀਂ ਕੋਈ। ਬਸ ਮੇਰੀ ਤਾਂ ਨਮੋ ਨਮੋ ਨਮਸਕਾਰ ਨਮਸਕਾਰ, ਨਿਤ ਨਿਤ ਨੇਤ 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 ਨਿਤ ਨਿਤ ਮੈਂ ਗੁਰੂ ਅੱਗੇ ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੇ ਸਤ ਨਮਸਕਾਰਾ। ਮੈਂ ਤਾਂ ਮੱਥਾ ਹੀ ਟੇਕਦਾ, ਮੇਰਾ ਜ਼ੋਰ ਨਹੀਂ ਕੋਈ। ਮੈਂ ਨਮਸਕਾਰ ਕਰਦਾ ਗੁਰੂ ਅੱਗੇ, ਨਮੋ 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 ਨਮੋ, ਨੇਤ ਨੇਤ ਨੇਤ। ਮੇਰੀ ਰੋਜ਼ ਦੀ ਨਮੋ 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 ਨਮੋ, ਨੇਤ 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 ਹੈ। ਗੁਰੂ ਸਾਹਿਬ ਅੱਗੇ ਮੈਂ ਮੱਥਾ ਹੀ ਟੇਕਦਾ, ਨਮਸਕਾਰ ਕਰਦਾ ਨਿਤ ਨਿਤ। ਦਿਨ 'ਚ ਕਈ ਵਾਰ ਉਹਦੀਆਂ ਬਹੁਤ ਵੱਡੀਆਂ ਮਹਿਮਾ ਨੇ, ਬਹੁਤ ਵੱਡੇ ਖਜ਼ਾਨੇ ਦਿੰਦਾ ਹੈ। ਅੱਜ ਗਰੀਬ ਸਿੱਖ ਗੁਰੂ ਸਾਹਿਬ ਤੋਂ ਦਾਤਾਂ ਲੈ ਕੇ ਗਿਆ ਹੈ, ਜਾਂਦਿਆਂ ਹੀ ਵਿਧ ਬਣ ਗਈ।
ਕਾਰੋਬਾਰ ਦੇ ਕਾਰੋਬਾਰ ਉਸ ਗਰੀਬ ਸਿੱਖ ਨੂੰ ਵੀ ਗੁਰੂ ਸਾਹਿਬ ਨੇ ਧਨ ਵਾਲਾ ਸਿੱਖ ਬਣਾਤਾ। ਗੁਰੂ ਦਾ ਦਸਵੰਧ ਕੱਢ ਕੇ ਲੱਖ ਲੱਖ ਸ਼ੁਕਰਾਨਾ ਕਰਦਾ ਹੈ ਕਿ ਦਾਤਾ ਸਤਿਗੁਰੂ ਤੇਰੀਆਂ ਹੀ ਨੇ, ਮੈਂ ਤਾਂ ਭੁੱਖਾ ਕੰਗਾਲ ਸੀ, ਮੇਰੇ ਕੋਲ ਜਿੰਨੀਆਂ ਦਾਤਾਂ ਨੇ ਮਹਾਰਾਜ ਤੁਹਾਡੀਆਂ। ਦਿਨੋਂ ਦਿਨ ਕਾਰੋਬਾਰ ਵੱਧ ਗਏ, ਹਰ ਪਾਸੇ ਮਿਹਰ ਹੋ ਗਈ, ਗੁਰੂ ਸਾਹਿਬ ਦਾ ਹਿੱਸਾ ਕੱਢਣ ਲੱਗ ਪਿਆ, ਵਿਧ ਬਣ ਜਾਂਦੀ, ਕੌਡੀ ਕੌਡੀ ਤੋਂ ਲੱਖ ਕਰੋੜ ਬਣ ਜਾਂਦਾ ਹੈ ਜੋੜ ਕੇ, ਤੇ ਤਣ ਜਾਣਾ ਸ਼ੁਰੂ ਹੋ ਜਾਏ, ਥੋੜਾ 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 ਕਰਕੇ ਘਰ ਹੀ ਖਾਲੀ ਹੋ ਜਾਂਦਾ। ਜਿਨ੍ਹਾਂ ਤੋਂ ਰੱਬ ਖੋਲ ਲਵੇ ਉਹਨਾਂ ਦਾ ਭਾਂਡਾ ਖਾਲੀ ਹੋ ਜਾਂਦਾ ਹੈ, ਜਿਨ੍ਹਾਂ ਦੇ ਭਰਨੇ ਸ਼ੁਰੂ ਕਰ ਦੇਵੇ। ਅੱਜ ਸਿੱਖ ਦਾ ਭਾਂਡਾ ਭਰਨਾ ਸ਼ੁਰੂ ਹੋ ਗਿਆ, ਪਰਿਵਾਰ ਨਾਮ ਵੀ ਜਪਦਾ ਹੈ, ਬਾਣੀ ਵੀ ਪੜ੍ਹਦਾ ਹੈ, ਦਸਵੰਧ ਵੀ ਗੁਰੂ ਦਾ ਕੱਢਦੇ ਆ, ਸਾਰੇ ਕਾਰੋਬਾਰ ਤੇ ਮਿਹਰ ਹੋ ਗਈ। ਲੋਕ ਪਰਲੋਕ ਦੇ ਸਿੱਖ ਨੂੰ ਸੁੱਖ ਮਿਲ ਗਏ ਗੁਰੂ ਦੇ ਚਰਨਾਂ ਚੋਂ। ਇਵੇਂ ਗੁਰੂ ਸਾਹਿਬ ਦੇ ਘਰ ਦੀ ਮਹਿਮਾ ਹੈ। ਉਹ ਪਦਾਰਥਾਂ ਦੇ ਭੁੱਖੇ ਨਹੀਂ, ਤੇਰੀ ਭਾਵਨਾ ਦੇ ਭੁੱਖੇ ਆ, ਸ਼ਰਧਾ ਦੇ। ਜਿਹੜੀ ਤੂੰ ਸ਼ਰਧਾ ਭਾਵਨਾ ਨਾਲ ਸੰਗਤ ਜਾਣ ਕੇ ਬੈਠੇਗਾ ਉਹ ਤੈਨੂੰ ਜਾਣਦੇ ਆ। ਜਿਹੜੀ ਭਾਵਨਾ ਨਾਲ ਤੂੰ ਘਰੋਂ ਆਇਆ ਗੁਰੂ ਜਾਣਦੇ ਆ, ਅਣਜਾਣ ਨਹੀਂ, ਅੰਤਰਜਾਮੀ ਸਤਿਗੁਰੂ ਨੇ। ਤੇਰੀ ਇੱਕ ਇੱਕ ਗੱਲ ਨੂੰ ਸਮਝਦੇ ਆ, ਜਾਣਦੇ ਆ, ਉਹਨਾਂ ਨੂੰ ਸਭ ਪਤਾ ਹੈ ਕਿ ਕੀ ਸਾਡੀਆਂ ਲੋੜਾਂ ਨੇ, ਕੀ ਅਸੀਂ ਮੰਗਦੇ ਹਾਂ, ਉਹ ਸਭ ਆਪਣੇ ਚੋਜ ਕਰ ਰਹੇ ਨੇ। ਜਾਣੀ ਜਾਣ ਨੂੰ ਆਪਾਂ ਗੁਰੂ ਬਣਾਇਆ, ਉਹਦੇ ਸੇਵਕਾਂ ਸਾਰੀਆਂ ਕਿਰਪਾ ਗੁਰੂ ਸਾਹਿਬ ਨੇ ਕਰਨੀਆਂ। ਹੁਣ ਹੁਕਮਨਾਮਾ ਸੁਣੋ ਤੇ ਰੋਜ਼ ਸਾਰੀ ਸੰਗਤ ਦਰਬਾਰ 'ਚ ਆਓ। ਜਿਹੜੇ 2-3 ਦਿਨ ਦਾ ਪ੍ਰੋਗਰਾਮ ਹੈ, ਹਾਜ਼ਰੀਆਂ ਭਰਿਓ, ਲਾਹਾ ਖੱਟਿਓ, ਨਾਗਾ ਨਾ ਪਾਇਓ। ਇਹ ਸਮਾਂ ਅੱਗੇ 20-21 ਦਿਨ ਦਾ ਹੁੰਦਾ ਹੈ, ਐਤੀ ਥੋੜ੍ਹੇ ਦਿਨਾਂ ਦਾ ਹੈ, ਤੇ ਸੰਗਤ ਨੇ ਰੋਜ਼ ਬੈਠ ਜਾਣਾ ਆਣ ਕੇ। ਫਿਰ ਭੋਗ ਪੈਣਗੇ ਉੱਥੇ, ਪਾਠੀ ਸੇ ਕਿੰਨੀ ਤਰੀਕ ਨੂੰ ਭੋਗ ਪੈਣੇ ਪਾਠਾਂ ਦੇ? 16 ਨੂੰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।